ਨਿਕਾਸ ਜੀ, ਪਹਿਲੇ ਤਾਂ ਗੱਲ ਤੁਹਾਡੇ ਇਸ ਗੱਲ ਲਈ ਧੰਨਵਾਦ ਹੈ। ਦੂਸਰਾ ਸਰੋਤਿਆਂ ਦਾ ਵੀ ਜੀ ਆਇਆਂ ਕਿ ਮੈਨੂੰ ਤੁਸੀਂ ਆਪਣੇ ਇਸ ਚੈਨਲ ਦੇ ਰਾਹੀਂ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਹੇ। ਔਰ ਆਮ ਤੌਰ 'ਤੇ ਜਿਵੇਂ ਹੈ ਕਿ ਇਹ ਜੋ ਸਾਡਾ ਪਿਛੋਕੜ ਹੈ, ਇਹ ਕੋਈ ਬਹੁਤਾ ਗੌਰਵ ਭਰਿਆ ਨਹੀਂ ਹੈਗਾ ਕਿ ਜਿਸ ਵਿਰਾਸਤ ਦੇ ਉੱਤੇ ਮਾਣ ਕਰ ਸਕੀਏ ਕਿ ਸਾਡੇ ਮਾਂ ਬਾਪ ਜਿਹੜੇ ਆ ਬੜੇ ਮਹਾਰਾਜੇ ਸੀ, ਸਧਾਰਨ ਪਰਿਵਾਰ ਸੀ। ਪਰ ਮੇਰੇ ਬਾਪ ਦੀ ਇੱਕ ਖਾਸੀਅਤ ਸੀਗੀ। ਮੇਰੇ ਬਾਪ ਦਾ ਨਾਂ ਗੁਰਬਚਨ ਦਾਸ ਹੈਗਾ, ਉਹਦਾ ਨਾਂ ਵਤਨਾਰਾਮ ਵੀ ਹੈਗਾ। ਮੇਰੀ ਮਾਤਾ ਦਾ ਨਾਂ ਜੀਤੋ ਹੈਗਾ। ਔਰ ਮੇਰੇ ਨਾਨਕੇ ਜਿਹੜੇ ਹੈਗੇ ਆ ਉਹ ਉੱਚਾ ਪਿੰਡ ਨੇੜੇ ਫਗਵਾੜਾ ਦੇ ਕੋਲ ਹੈਗੇ ਆ। ਔਰ ਮੇਰੇ ਨਾਨਕਿਆਂ ਦਾ ਜਿਹੜਾ ਜ਼ਿਆਦਾ ਸੰਬੰਧ ਸਿੱਖੀ ਵੱਲ ਰਿਹਾ ਹੈਗਾ। ਔਰ ਮੇਰੇ ਪਿਤਾ ਜੀ ਜ਼ਿਆਦਾ ਕਰਕੇ ਉਹਨਾਂ ਦਾ ਜਿਹੜਾ ਰੁਝਾਨ ਰਿਹਾ ਹੈਗਾ ਉਹ ਸ਼ੁਰੂ ਦੇ ਵਿੱਚ ਕਿੱਸੇ ਪੜ੍ਹਨ ਦਾ ਬਹੁਤ ਰਿਹਾ ਹੈਗਾ। ਮੈਨੂੰ ਯਾਦ ਹੈ ਕਿ ਵੀ ਜਦੋਂ ਕਿਤੇ ਹੀਰ ਗਾਉਂਦੇ ਸੀ ਨਾ ਤਾਂ ਲੋਕ ਮੀਲ ਤੋਂ ਉਹਨਾਂ ਦੀ ਹੀਰ ਸੁਣਨ ਲਈ ਆ ਜਾਂਦੇ ਸੀ। ਚਲੋ ਖੈਰ ਕਿ ਉਹਨਾਂ ਦਾ ਉਹ ਗੁਣ ਤਾਂ ਮੇਰੇ 'ਚ ਨਹੀਂ ਆਇਆ, ਪਰ ਮੈਨੂੰ ਐਂ ਲੱਗਦਾ ਹੈਗਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਅਚੇਤਨ ਮਨ ਦੇ ਵਿੱਚ ਬੈਠ ਜਾਂਦੀਆਂ। ਮੇਰੀ ਮਾਤਾ ਜੀ ਵੀ ਜਿਹੜੀ ਸੀ ਉਹ, ਕਿਉਂਕਿ ਇੱਕ ਤਾਂ ਨਾ ਸਾਡਾ ਜਿਹੜਾ ਪਰਿਵਾਰ ਸੀ ਉਹ ਧਾਰਮਿਕ ਪ੍ਰਵਿਰਤੀਆਂ ਦਾ ਸੀ। ਪਰ ਮੈਂ ਜਦੋਂ ਹੋਸ਼ ਸੰਭਾਲੀ ਹੈਗੀ ਆ 5ਵੀਂ ਤੱਕ, ਅਤੇ ਅਸੀਂ ਉਸ ਵੇਲੇ ਦੁਕਾਨਦਾਰੀ ਕਰਦੇ ਸੀਗੇ। ਬਚਪਨ ਮੈਨੂੰ ਬਹੁਤਾ ਹੰਡਾਉਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਮੈਂ ਆਪਣੇ ਪਿਤਾ ਸ਼੍ਰੀ ਦੇ ਨਾਲ ਜਿਹੜਾ ਉਹ ਕੰਮ ਕਰਦੇ ਸੀਗੇ ਦੁਕਾਨਦਾਰੀ ਦਾ ਅਤੇ ਵਪਾਰ ਦਾ, ਉਹਦੇ ਵਿੱਚ ਮੈਨੂੰ ਥੋੜ੍ਹਾ ਹੱਥ ਵਟਾਉਣਾ ਪੈਂਦਾ ਸੀਗਾ। ਅਤੇ ਜਿਹੜੀ ਮੇਰੀ ਸਕੂਲ ਦੀ ਪੜ੍ਹਾਈ ਹੈਗੀ ਆ ਉਹ ਵੀ ਸਕੂਲ ਤੱਕ ਹੀ ਸੀਮਤ ਹੁੰਦੀ ਸੀ। ਘਰ ਆਣ ਕੇ ਉਹ ਗੱਲਾਂ ਨਹੀਂ ਸੀ ਹੁੰਦੀਆਂ ਕਿ ਮੈਂ ਬੱਚਿਆਂ ਨਾਲ ਬਹੁਤਾ ਖੇਡ ਸਕਾਂ ਜਾਂ ਕੁਝ ਕਰ ਸਕਾਂ। ਪਰ ਮੈਨੂੰ ਉਹਦਾ ਇੱਕ ਫਾਇਦਾ ਜ਼ਰੂਰ ਹੋਇਆ ਉਸ ਦੁਕਾਨਦਾਰੀ ਦਾ ਕਿ ਸਾਡੀ ਦੁਕਾਨ ਦੇ ਉੱਤੇ ਰੱਦੀ ਦੇ ਵਿੱਚ ਮੈਗਜ਼ੀਨ ਆਉਂਦੇ ਸੀਗੇ, ਜਿਨ੍ਹਾਂ ਵਿੱਚ ਪ੍ਰੀਤ ਲੜੀ ਸੀ ਉਸ ਵੇਲੇ ਦਾ ਬੜਾ ਉੱਚ ਕੋਟੀ ਦਾ। ਔਰ ਕਿਤਾਬਾਂ ਦੇ ਤੌਰ 'ਤੇ ਪ੍ਰੋਫੈਸਰ ਮੋਹਨ ਸਿੰਘ ਦੀਆਂ, ਅੰਮ੍ਰਿਤਾ ਪ੍ਰੀਤਮ ਦੀਆਂ, ਪ੍ਰੋਫੈਸਰ ਮੋਹਨ ਸਿੰਘ ਦੀਆਂ, ਬਾਬਾ ਬਲਵੰਤ ਦੇ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਨਾ, ਮੈਂ ਇਹ ਲਗਭਗ 8ਵੀਂ ਤੱਕ ਪੜ੍ਹ ਚੁੱਕਾ ਸੀਗਾ। ਉਹ ਜ਼ਰੂਰ ਮੈਨੂੰ ਲੱਗਦਾ ਕਿ ਮੇਰੇ ਉੱਤੇ ਇਹਦਾ ਅਸਰ ਪਿਆ ਹੋਏਗਾ। ਫਿਰ ਇਹ ਸੀਗਾ ਕਿ 10ਵੀਂ ਕਰਨ ਤੋਂ ਬਾਅਦ 1973 ਦੇ ਵਿੱਚ ਸਾਨੂੰ ਕਾਫੀ ਘਾਟਾ ਪਿਆ ਅਤੇ ਪਿਤਾ ਦੇ ਨਾਲ ਥੋੜ੍ਹੀ ਅਣਬਣ ਰਹੀ, ਜਾਂ ਉਹਨੂੰ ਇਹ ਲੱਗਦਾ ਸੀ ਵੀ ਪਤਾ ਨਹੀਂ ਘਾਟਾ ਇਹਨਾਂ ਦੇ ਕਰਕੇ ਪੈ ਗਿਆ। ਉਹ ਘਰੋਂ ਜਿਹੜਾ ਸੀ ਜਾਣ ਦਾ ਮਨ ਬਣਾ ਲਿਆ। ਪਰ ਉਹ ਵੀ ਇੱਕ ਅਜੀਬ ਜਿਹੀ ਘਟਨਾ ਹੋਈ ਕਿ ਜਦੋਂ ਮੈਂ ਆਪਣੇ ਨਾਨਕਿਆਂ ਦੇ ਆਉਣ ਲੱਗਾ ਅਤੇ ਮੇਰੇ ਬਾਪ ਨੇ ਮੈਨੂੰ ਬਹੁਤ ਕਟੱਡੀ ਜਿਹੀ ਗੱਲ ਕਹਿ ਦਿੱਤੀ। ਅਤੇ ਮੈਨੂੰ ਤਾਂ ਲੱਗਦਾ ਮੈਨੂੰ ਉਹ ਜਿਹੜੀ ਗੱਲ ਹੈ ਅੱਜ ਤੱਕ ਲਈ ਫਿਰਦੀ ਹੈਗੀ ਹੈ। ਉਹਨੇ ਮੈਨੂੰ ਕਿਹਾ ਕਿ ਸਾਨੂੰ ਲੁਟਾ ਪਟਾ ਕੇ ਚੱਲਿਆ, ਜਾਂ ਤੈਨੂੰ ਮੰਗਦੇ ਨੂੰ ਕਿਤੇ ਰੋਟੀ ਨਾ ਮਿਲੇ। ਮੈਂ ਉਹਨੂੰ ਵੈਸੇ ਅੱਜ ਦੇ ਜਦੋਂ ਸੰਦਰਭ 'ਚ ਦੇਖਦਾ ਮੈਂ ਕਹਿੰਦਾ ਉਹ ਸ਼ਾਇਦ ਉਹਦੀ ਅਸੀਸ ਹੀ ਸੀ ਕਿ ਜੇ ਨਾ ਉਹ ਗੱਲ ਕਹਿੰਦਾ ਤਾਂ ਮੈਂ ਜਵਾਬ ਦੇ ਵਿੱਚ ਇਹ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਕਿ ਮੈਨੂੰ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਰੋਟੀ ਮਿਲੇ ਜਾਂ ਨਾ ਮਿਲੇ, ਪਰ ਜੇ ਮੈਂ ਤੇਰਾ ਪੁੱਤ ਹੋਇਆ ਅੱਜ ਤੋਂ ਬਾਅਦ ਇਸ ਦਰ ਦੇ ਉੱਤੇ ਆਣ ਕੇ ਕਦੇ ਰੋਟੀ ਨਹੀਂ ਮੰਗਾਂਗਾ। ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਬਹੁਤਾ ਕਦੇ ਘਰ ਦੇ ਨਾਲ ਸਰੋਕਾਰ ਨਹੀਂ ਰੱਖਿਆ ਕਿ ਵੀ ਇਹਨਾਂ ਦੇ ਕੋਲ ਕੀ ਹੈਗਾ ਕੀ ਨਹੀਂ ਹੈਗਾ। ਮੇਰੇ ਬਾਕੀ ਭਰਾਵਾਂ ਦੇ ਨਾਲ ਵੀ ਮੇਰੀ ਜਿਹੜੀ ਹੈਗੀ ਹੈ ਕਿ ਮੈਂ ਬਹੁਤੀ ਕਦੇ ਗੱਲ ਆਪਣੇ ਦੁੱਖ ਸੁੱਖ ਦੀ ਸ਼ੇਅਰ ਹੀ ਨਹੀਂ ਕਰਦਾ ਹੈਗਾ। ਹਾਂ, ਉਹਨਾਂ ਦੀ ਜ਼ਰੂਰ ਸੁਣ ਲੈਂਦਾ ਹੈਗਾ। ਅਗਰ ਅਤੇ
ਉਹਦੇ ਨਾਲ ਕੀ ਹੋਇਆ ਕਿ ਘਰੋਂ ਨਿਕਲਣ ਤੋਂ ਬਾਅਦ ਜਦ ਤੁਹਾਨੂੰ ਦੁਨੀਆ ਦੇ ਨਾਲ ਵਾਸਤਾ ਪੈਂਦਾ ਨਾ, ਅਸਲ ਜ਼ਿੰਦਗੀ ਤੁਹਾਨੂੰ ਉਦੋਂ ਸਮਝ ਆਉਂਦੀ ਹੈ। ਜਦੋਂ ਕਿਉਂਕਿ ਘਰ ਦੇ ਵਿੱਚ ਤਾਂ ਹੈਗਾ, ਅਸੀਂ ਭਾਂਡੇ ਵੀ ਭੰਨੀ ਜਾਂਦੇ ਹਾਂ, ਮਾਂ ਨੂੰ ਕਹੀ ਜਾਂਦੇ ਇਹ ਰੋਟੀ ਕਿੱਦਾਂ ਉੱਦਾਂ, ਪਰ ਜਦੋਂ ਤੁਹਾਨੂੰ ਆਪ ਬਾਹਰ ਰੋਟੀ ਬਣਾ ਕੇ ਖਾਣੀ ਪਵੇ ਨਾ, ਫਿਰ ਤੁਹਾਨੂੰ ਪਤਾ ਲੱਗਦਾ ਕਿ ਰੋਟੀ ਦੀ ਕੀਮਤ ਕੀ ਹੈਗੀ ਆ। ਤਾਂ ਉਹਨਾਂ ਹੀ ਪ੍ਰਸੰਗਾਂ ਦੇ ਵਿੱਚ ਕੁਝ ਸਮਾਂ ਕਾਰਖਾਨਿਆਂ 'ਚ ਗੁਜ਼ਾਰਿਆ। ਫਿਰ ਉਹਦੇ ਤੋਂ ਬਾਅਦ ਦਰਜਾ 4 ਦੀ ਨੌਕਰੀ ਮਿਲੀ। ਦਰਜਾ 4 ਦੇ ਦੌਰਾਨ ਮੈਨੂੰ ਮੋਹਨ ਸਿੰਘ ਦੋਸਾਂਝ ਵੀ ਮੁੱਖ ਅਧਿਆਪਕ ਹੈ ਜੇ ਇਹ ਮਿਲੇ, ਜਿਨ੍ਹਾਂ ਨੇ ਮੇਰੀ ਪ੍ਰਤਿਭਾ ਨੂੰ ਪਛਾਣਦਿਆਂ ਮੈਨੂੰ ਗਿਆਨੀ ਕਰਨ ਦੀ ਜਿਹੜੀ ਹੈ ਸਲਾਹ ਦਿੱਤੀ। ਮੈਂ ਉਹਨਾਂ ਦੀ ਗੱਲ ਮੰਨੀ, ਗਿਆਨੀ ਕੀਤੀ। ਫਿਰ ਮੈਨੂੰ ਉਹਨੇ ਓਟੀ 'ਚ ਦਾਖਲਾ ਦਵਾਇਆ, ਟੀਚਰ ਬਣ ਗਏ। ਔਰ ਉਸ ਤੋਂ ਬਾਅਦ ਲਗਾਤਾਰ ਪਤਨੀ ਦਾ ਸਹਿਯੋਗ ਮਿਲਿਆ। BA ਕੀਤੀ, MA ਕੀਤੀ, MPhil ਕੀਤੀ, PhD ਸ਼ੁਰੂ 2 ਵਾਰੀ ਕੀਤੀ, ਅੱਧ ਵਿਚਾਲੇ ਰਹਿ ਗਈ। ਪਰ ਮੈਂ ਇਹ ਸਮਝਦਾ ਕਿ ਵੀ ਆਲੇ ਦੁਆਲੇ ਦਾ ਜਿਹੜਾ ਮੇਰਾ ਵਾਤਾਵਰਨ ਮੇਰੇ ਦੋਸਤਾਂ ਮਿੱਤਰਾਂ ਦਾ ਵੀ ਰਿਹਾ ਹੈਗਾ, ਬੜਾ ਸਹਿਯੋਗ ਵਾਲਾ ਰਿਹਾ ਹੈਗਾ। ਮੈਨੂੰ ਲੱਗਦਾ ਇਸੇ ਕਰਕੇ ਮੈਂ ਜਿਹੜਾ ਹੈਗਾ ਇਸ ਪਾਸੇ ਨੂੰ ਹੱਸ ਗਿਆ। ਜ਼ਿਆਦਾ ਗੱਲ ਇਹ ਕਿ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਆ ਅਤੇ ਸੰਸਾਰ ਦੇ ਵਿੱਚ ਵਿਚਰਦਿਆਂ ਤੁਹਾਨੂੰ ਚੰਗੇ ਲੋਕ ਵੀ ਮਿਲਣਗੇ, ਮਾੜੇ ਲੋਕ ਵੀ ਮਿਲਣਗੇ। ਇਹ ਚੋਣ ਤੁਸੀਂ ਕਰਨੀ ਹੁੰਦੀ ਹੈ। ਅਤੇ ਇੱਥੇ ਆਣ ਕੇ ਫਿਰ ਭਾਵੇਂ ਮੈਂ ਉਸ ਤੋਂ ਬਾਅਦ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈਗਾ। ਨਾਲ ਸਮਾਜ ਸੇਵਾ ਵੀ ਚੱਲਦੀ ਆ, ਰਚਨਾਵਾਂ ਵੀ ਕਰਦੇ ਹਾਂ, ਸਾਹਿਤ ਸਭਾਵਾਂ ਵਿੱਚ ਵੀ ਕੰਮ ਕਰਦੇ ਹਾਂ। ਜਿੰਨੀ ਕਿਸੇ ਨਾਲ ਸਹਿਯੋਗ ਦੇ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਇਹ ਇੰਨਾ ਕੁ ਸਾਡਾ ਪਿਛੋਕੜ ਹੈ ਜੀ। ਅਤੇ ਮੈਨੂੰ ਲੱਗਦਾ ਕਿ ਵੀ ਇੰਨੇ ਪਿਛੋਕੜ ਦੇ ਵਿੱਚੋਂ ਤੁਸੀਂ ਮੈਂ ਇਹ ਸਿੱਟਾ ਕੱਢਿਆ ਕਿ ਜੇ ਮਨੁੱਖ ਕੁਝ ਠਾਣ ਲਵੇ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ। ਇਹਦੇ ਸੰਬੰਧ 'ਚ ਮੈਂ ਇੱਕ ਸ਼ੇਅਰ ਲਿਖਿਆ ਸੀ ਕਿ ਹੰਬਲਾ ਮਾਰੋ ਮੰਜ਼ਿਲ ਆਖਰ ਮਿਲ ਜਾਊ, ਵਗਦੇ ਦਰਿਆ ਕੋਈ ਰੋਕ ਨਾ ਪਾਇਆ ਹੈ। ਨਹੀਂ, ਜਦੋਂ ਦਰਜਾ 4 ਕਰਮਚਾਰੀ ਦੇ ਬਣ ਗਏ, ਇਹ ਤਾਂ ਹੈ ਕਿ ਵੀ ਥੋੜ੍ਹਾ ਜਿਹਾ ਤਾਂ ਤੁਹਾਨੂੰ ਆਰਥਿਕ ਤੌਰ 'ਤੇ ਖੁਸ਼ਹਾਲੀ ਆਈ ਜਾਂਦੀ ਹੈ ਕਿ ਤੁਹਾਡਾ ਰੋਟੀ ਦਾ ਥੋੜ੍ਹਾ ਬਹੁਤਾ ਫਿਕਰ ਤਾਂ ਮੁੱਕਦਾ ਹੈਗਾ। ਪਰ ਉਹਦੇ ਨਾਲ ਇਹ ਹੈਗਾ ਕਿ ਜੇ ਤੁਹਾਡਾ ਜਿਹੜਾ ਸਰੋਕਾਰ, ਜੇ ਮੈਨੂੰ ਮੁੱਖ ਅਧਿਆਪਕ ਉੱਦਾਂ ਦਾ ਹੁੰਦਾ ਵੀ ਜਿਹੜਾ ਮੈਨੂੰ ਇਹ ਕਹਿੰਦਾ, ਉਹ ਪ੍ਰੋਫੈਸਰ ਦਾ ਨਾਮ ਮੋਹਨ ਸਿੰਘ ਦੋਸਾਂਝ ਵੀ ਹੈਗਾ। ਉਹ ਖੁਦ ਗਜ਼ਲ ਗੋ ਸੀਗੇ, ਕਿਉਂਕਿ ਉਹ ਜਗਤਪੁਰ ਲਿਖਾਰੀ ਸਭਾ ਦੇ ਮੁੱਖ ਸਕੱਤਰ ਵੀ ਰਹੇ ਹੈਗੇ ਆ। ਉਹਦਾ ਪ੍ਰਧਾਨ ਮਹਿੰਦਰ ਸਿੰਘ ਦੋਸਾਂਝ ਸੀ ਉਸ ਵੇਲੇ, ਕਿਉਂਕਿ ਉਹ ਉੱਥੇ ਕਲੇਰਾਂ ਰਹਿੰਦੇ ਆ। ਦੀਪ ਕਲੇਰ ਸੀ, ਉਹ ਰਚਨਾ ਸੋਹਣੀ ਕਰਦਾ ਸੀ। ਫਿਰ ਉੱਥੇ GC ਮੱਲ ਸੀ ਜਿਹੜਾ ਬੜਾ ਸਹਿਯੋਗੀ ਵਾਲਾ ਉਹਦਾ ਰੋਲ ਰਿਹਾ। ਉਹ ਕਿਤਾਬਾਂ ਬਹੁਤ ਪੜ੍ਹਦਾ ਸੀ। ਔਰ ਸਭ ਤੋਂ ਵੱਡੀ ਗੱਲ ਸੀ ਕਿ ਉੱਥੇ ਪਾਸ਼ ਆਉਂਦਾ ਸੀ ਉਹਨਾਂ ਦੇ ਰਾਹੀਂ। ਜਿਹੜਾ ਪਾਸ਼ ਸੀ ਨਾ, ਕਿ ਪਾਸ਼ ਉੱਥੇ ਇੱਕ ਹਫਤਾ ਵੀ ਰਹਿੰਦਾ ਸੀ। ਕਈ ਵਾਰੀ ਉਹਦੇ ਨਾਲ ਜਦੋਂ ਗੱਲਾਂ ਬਾਤਾਂ ਕਰਦੇ ਸੀ, ਉਦੋਂ ਮੈਨੂੰ ਅੱਜ ਇਹ ਲੱਗਦਾ ਕਿ ਵੀ ਜਿਹੜੀਆਂ ਉਹ ਗੱਲਾਂ ਕਰਦਾ ਸੀ, ਅਸੀਂ ਉਸ ਵੇਲੇ ਸ਼ੁਰੂ ਦੇ ਵਿੱਚ ਸੀਗੇ, ਸਾਨੂੰ ਬਹੁਤਾ ਕੁਝ ਨਹੀਂ ਸੀ ਪਤਾ। ਜਿਵੇਂ ਉਹ ਪ੍ਰਤੀਬੱਧ ਦੀਆਂ ਗੱਲਾਂ ਕਰਦਾ ਸੀ, ਰਿਸ਼ਤਿਆਂ ਦੀਆਂ ਗੱਲਾਂ ਕਰਦਾ ਸੀ, ਜਾਂ ਉਹ ਕਿ ਵੀ ਇਹ ਜਿਹੜਾ ਸਮਾਜ ਹੈ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੇ ਬਦਲਿਆ ਜਾਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਹੈਗਾ। ਇਹੋ ਜਿਹੇ ਸਵਾਲ ਜਿਹੜੇ ਉਹ ਕਰਦਾ ਸੀ। ਤਾਂ ਉਸ ਵੇਲੇ ਅਸੀਂ ਬੇਸ਼ੱਕ ਸਾਡੀ ਉਮਰ ਦਾ ਬਹੁਤਾ ਫਰਕ ਨਹੀਂ ਸੀ, 4 ਸਾਲ ਦਾ ਜਾਂ 5 ਸਾਲ ਦਾ ਫਰਕ ਹੋਊਗਾ, ਪਰ ਉਹਦੀ ਸੋਚ ਦਾ ਅਤੇ ਸਾਡੀ ਸੋਚ ਦਾ ਤਾਂ ਬਹੁਤ ਵੱਡਾ ਫਰਕ ਸੀ। ਪਰ ਫਿਰ ਵੀ ਹੈ ਨਾ, ਜਦੋਂ ਉਹਦੇ ਸੰਪਰਕ 'ਚ ਆਏ ਤਾਂ ਮੈਂ ਉਦੋਂ ਪੌਫਟਾਲਾ ਮੈਗਜ਼ੀਨ ਕੱਢਿਆ ਹੈਗਾ, ਉਹਦੇ 3 ਅੰਕ ਕੱਢੇ ਹੈਗੇ। ਔਰ ਉਹ 3 ਅੰਕ ਉੱਥੇ ਤਾਂ ਸਾਨੂੰ ਵਾਕਿਆ ਹੀ ਹੈ ਨਾ, ਜਿਹੜਾ ਆਰਥਿਕ ਤੌਰ ਦੇ ਉੱਤੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ 3 ਅੰਕਾਂ ਤੋਂ ਬਾਅਦ ਅਸੀਂ ਬਾਅਦ 'ਚ ਚਲਾ ਹੀ ਨਹੀਂ ਸਕੇ। ਇਹ ਜਿਹੜੀ ਆਰਥਿਕਤਾ ਜਿਹੜੀ ਹੈਗੀ ਹੈ ਨਾ, ਉਹ ਰੁਕਾਵਟ ਤਾਂ ਪਾਉਂਦੀ ਹੈ, ਪਰ ਤੁਹਾਨੂੰ ਇਹ ਵੀ ਸੋਚਿਆ ਲਿਆ ਵੀ ਇਹ ਕਿਉਂ ਹੈਗਾ, ਇਹ ਵਰਤਾਰਾ ਕਿਉਂ ਵਾਪਰ ਸਰੋਕਾਰ ਇਸ ਤਰ੍ਹਾਂ ਕਿਉਂ ਬਦਲਦੇ ਜਾਂਦੇ ਆ। ਅਤੇ ਇਹ ਇਸ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਤੁਸੀਂ ਉਸ ਵੇਲੇ ਭਾਵੇਂ ਮੇਰੇ ਮਨ ਦੇ ਵਿੱਚ
ਪ੍ਰੋਫੈਸਰ ਬਣਨ ਦੀ ਕੋਈ ਇੱਛਾ ਨਹੀਂ ਸੀ। ਸਭ ਤੋਂ ਪਹਿਲਾਂ ਤਾਂ ਮੇਰਾ ਇਹ ਸੀਗਾ ਕਿ ਮੈਂ ਦਰਜਾ 4 ਦੇ ਉੱਤੋਂ ਜਾ ਕੇ ਪਹਿਲਾਂ ਅਧਿਆਪਕ ਬਣਾ, ਕਿਉਂਕਿ ਅਧਿਆਪਕ ਬਣਨ ਮੈਨੂੰ ਇੱਕ ਨਾਂ ਯਾਦ ਆਉਂਦਾ, ਇੱਕ ਸਤਵਿੰਦਰ ਸਿੰਘ ਮੇਰੇ ਨਾਂ ਦਾ ਇੱਕ ਸਰਨਾਮੀਆ ਸੀ। ਉਹ ਨਾ ਮੈਨੂੰ ਕਹਿੰਦਾ ਸੀ ਤੂੰ ਗਿਆਨੀ ਨਹੀਂ ਕਰ ਸਕਦਾ, ਤੂੰ BA ਕਰ ਸਕਦਾ। ਮੈਂ ਅਕਸਰ ਸਵਾਲ ਕਰਦਾ ਹੁੰਦਾ ਸੀ ਵੀ ਜੇ ਮੈਂ ਗਿਆਨੀ ਨਹੀਂ ਕਰ ਸਕਦਾ BA ਕਿਵੇਂ ਕਰ ਸਕਦਾ। ਮੈਨੂੰ ਲੱਗਦਾ ਉਹਦੇ ਵਿੱਚ ਵੀ ਉਹਦਾ ਕੋਈ ਗੁੱਝਾ ਰਾਜ ਛੁਪਿਆ ਹੋ ਸਕਦਾ। ਜਿੱਥੋਂ ਤੱਕ ਮੈਂ ਮਾਪਿਆਂ ਦੇ ਰਾਜੇ ਮਹਾਰਾਜਿਆਂ ਦੀ ਗੱਲ ਕੀਤੀ ਸੀ ਨਾ, ਮੇਰਾ ਨਜ਼ਰੀਆ ਇਹ ਸੀ ਕਿ ਸਾਡੇ ਮਾਂ-ਬਾਪ ਬੇਸ਼ੱਕ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਸੀਗੇ, ਪਰ ਫਿਰ ਵੀ ਜਿੰਨੀ ਕੁ ਉਹਨਾਂ ਨੇ ਸਾਨੂੰ ਰਹਿਨੁਮਾਈ ਦੇ ਸਕਦੇ ਸੀਗੇ ਉਹਨਾਂ ਨੇ ਦਿੱਤੀ, ਕਿਉਂਕਿ ਰਾਜੇ ਮਹਾਰਾਜੇ ਦਾ ਉੱਤੇ ਘਰ ਰਾਜਕੁਮਾਰ ਪੈਦਾ ਹੋ ਗਿਆ ਔਰ ਤੁਸੀਂ ਸੋਨੇ ਦਾ ਜਾਂ ਚਾਂਦੀ ਦਾ ਚਮਚਾ ਲੈ ਕੇ ਜੰਮੇ ਆ। ਅਤੇ ਤੁਹਾਡੀ ਇਹ ਗੱਲ ਵਧੀਆ ਹੈਗੀ ਕਿ ਵੀ ਕਿਉਂਕਿ ਜਦੋਂ ਤੁਸੀਂ ਸੰਦਰਭ ਬਦਲਦੇ ਆ ਨਾ, ਅਤੇ ਉਸ ਵੇਲੇ ਕਿਉਂਕਿ ਮੇਰੀ ਇਹ ਸੀਗੀ ਕਿ ਵੀ ਜਿੰਨੀ ਜ਼ਿਆਦਾ ਤੁਸੀਂ ਸੰਘਰਸ਼ ਦੇ ਵਿੱਚ ਦੀ ਗੁਜ਼ਰੋਗੇ ਉਨੀ ਹੀ ਤੁਸੀਂ ਜਿਹੜੀ ਆ ਉਹ ਤਰੱਕੀ ਕਰੋਗੇ। ਇਹ ਮਾਰਕਸ ਵਾਲੀਆਂ ਗੱਲਾਂ ਤਾਂ ਸਾਡੇ ਦਿਮਾਗ 'ਚ ਬਾਅਦ 'ਚ ਆਈਆਂ ਵੀ ਵਿਰੋਧ 'ਚੋਂ ਵਿਕਾਸ ਕਿਵੇਂ ਹੁੰਦਾ ਹੈਗਾ, ਕਿਉਂਕਿ ਕਈ ਵਾਰੀ ਐਂ ਹੋ ਜਾਂਦਾ ਨਾ ਕਿ ਤੁਹਾਡਾ ਮੇਰੇ ਨਾਲ ਅਕਸਰ ਕਈ ਗੱਲਾਂ ਕਰਦੇ ਜੀ ਐਂ ਵਿਰੋਧ ਹੋ ਰਿਹਾ। ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਕਿ ਵੀ ਉਹਦੇ ਵਿੱਚ ਸੋਚੋ ਕਿ ਤੁਹਾਨੂੰ ਕੀ ਹਾਸਲ ਹੋ ਰਿਹਾ ਹੈਗਾ। ਜਿਵੇਂ ਮੇਰਾ ਇੱਕ ਸ਼ੇਰ ਹੈਗਾ ਕਿ ਇਹ ਸੋਚ ਲੈ ਕਿ ਮਿਹਨਤ ਵਰ ਆ ਰਹੀ ਹੈ ਤੇਰੀ, ਚੱਲੀ ਖਿਲਾਫ ਤੇਰੇ ਜੇ ਸਾਜ਼ਿਸ਼ੀ ਹਵਾ ਹੈ। ਅਤੇ ਉਹ ਜੇ ਸਾਜ਼ਿਸ਼ੀ ਹਵਾ ਤੁਹਾਡੇ ਖਿਲਾਫ ਚੱਲਦੀ ਹੈ, ਇਹਦਾ ਮਤਲਬ ਹੈ ਕਿ ਤੁਸੀਂ ਸਹੀ ਟਰੈਕ 'ਤੇ ਚੱਲ ਰਹੇ ਹੋ। ਅਤੇ ਜੇ ਤੁਹਾਡਾ ਕੋਈ ਵਿਰੋਧ ਹੀ ਨਹੀਂ ਕਰਦਾ, ਕਿਉਂਕਿ ਵਿਰੋਧ ਇਹ ਤਾਂ ਹੈ ਹੀ ਹੈ ਕਿ ਇਸ ਸਮਾਜ ਦੇ ਵਿੱਚ ਦੋ ਧਿਰਾਂ ਚੱਲਣਗੀਆਂ। ਉਸ ਦੋ ਧਿਰਾਂ ਤੁਸੀਂ ਉਹਨੂੰ ਚਾਹੇ ਨੇਕੀ ਬਦੀ ਕਹਿ ਲਓ, ਗੁਰਬਾਣੀ ਦੇ ਅਨੁਸਾਰ ਭਾਵੇਂ ਉਹਨੂੰ ਮਨਮੁਖ ਗੁਰਮੁਖ ਦਾ ਨਾਂ ਦੇ ਦਿਓ, ਚਾਹੇ ਉਹਨੂੰ ਊਚ ਨੀਚ ਦਾ ਨਾਂ ਦੇ ਦਿਓ, ਚਾਹੇ ਅਮੀਰੀ ਗਰੀਬੀ ਦਾ ਨਾਂ ਦੇ ਦਿਓ। ਇਹ ਜਿੰਨੀਆਂ ਵੀ ਇੱਕ ਨਾ ਸਮੀਕਰਨਾਂ ਬਣਨਗੀਆਂ ਵਿਰੋਧਤਾਈਆਂ ਵਾਲੀਆਂ, ਉਹ ਮਨੁੱਖ ਨੂੰ ਸੁਚੱਜੇ ਪਾਸੇ ਲਿਜਾਣ ਦੇ ਵਿੱਚ ਜ਼ਿਆਦਾ ਉਹਦੇ ਲਈ ਸਹਾਇਕ ਹੁੰਦੀਆਂ। ਮੈਂ ਇਹ ਸਮਝਦਾ ਕਿ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਉਸ ਸਮੇਂ ਮੈਨੂੰ ਮੇਰੇ ਦੋਸਤ ਵਧੀਆ ਮਿਲੇ ਜਿਨ੍ਹਾਂ ਨੇ ਮੈਨੂੰ ਜਿਹੜਾ ਚੰਗੇ ਪਾਸੇ ਲੱਗਣ ਦੀ ਜਾਂ ਮੈਨੂੰ ਕਿਤਾਬਾਂ ਪੜ੍ਹਨ ਦੀ ਜਿਹੜੀ ਚੇਟਕ ਹੈ ਜ਼ਿਆਦਾ। ਮੈਂ ਅੱਜ ਤੱਕ ਜਿਵੇਂ ਮੈਕਸਿਮ ਗੋਰਕੀ ਹੈ ਨਾ ਕਹਿੰਦਾ ਹੈਗਾ ਕਿ ਮੇਰੇ ਵਿਸ਼ਵ ਵਿਦਿਆਲੇ ਜਿਹੜੀ ਜਿੱਥੇ ਜਿੱਥੇ ਉਹਨੇ ਕੰਮ ਕੀਤਾ, ਤਾਂ ਮੈਨੂੰ ਵੀ ਇਉਂ ਲੱਗਦਾ ਹੈਗਾ ਕਿ ਮੇਰਾ ਅਸਲ ਵਿੱਚ ਵਿਸ਼ਵ ਵਿਦਿਆਲਾ ਉਹ ਕਲੇਰਾ ਹੀ ਸੀ ਜਿੱਥੇ ਮੈਂ ਦਰਜਾ 4 ਦੇ ਤੌਰ 'ਤੇ ਨੌਕਰੀ ਕੀਤੀ। ਔਰ ਉਹਨਾਂ ਲੋਕਾਂ ਨੇ ਮੈਨੂੰ ਇੰਨੀਆਂ ਕਿਤਾਬਾਂ ਦਿੱਤੀਆਂ ਦੁਨੀਆ ਦੀਆਂ, ਮੈਂ ਮੈਨੂੰ ਲੱਗਦਾ 100 ਸਵਾ 100 ਕਿਤਾਬ ਜਿਹੜੀ ਕਲਾਸਿਕ ਕਿਤਾਬ ਹੈ ਉੱਥੇ ਬੈਠ ਕੇ ਪੜ੍ਹੀ ਹੈ ਸਿਰਫ 2 ਸਾਲਾਂ ਸਵਾ 2 ਸਾਲਾਂ ਦੇ ਸਮੇਂ ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿਉਂਕਿ ਇਹਦੇ ਨਾਲ ਮੇਰੀ ਇੱਕ ਇਹ ਵੀ ਧਾਰਨਾ ਬਣੀ ਕਿ ਜੇ ਮਨੁੱਖ ਦੀ ਮਿੱਤਰ ਪੁਸਤਕ ਬਣ ਗਈ ਤਾਂ ਫਿਰ ਉਹਦੇ ਲਈ ਜਿਹੜਾ ਹੈਗਾ ਇਸ ਤੋਂ ਵੱਡੀ ਵਧੀਆ ਗੱਲ ਕੋਈ ਨਹੀਂ, ਕਿਉਂਕਿ ਉਹ ਬਾਕੀ ਮਿੱਤਰ ਤੁਹਾਨੂੰ ਮੁਸ਼ਕਿਲ ਵੇਲੇ ਛੱਡ ਵੀ ਸਕਦੇ ਆ, ਪਰ ਪੁਸਤਕ ਤੁਹਾਡੇ ਇੰਨੀ ਜ਼ਿਆਦਾ ਮਿੱਤਰ ਬਣ ਜਾਂਦੀ ਹੈ ਕਿ ਉਹ ਤੁਹਾਡੀ ਹਰ ਗਮੀ ਅਤੇ ਖੁਸ਼ੀ ਦੇ ਵਿੱਚ ਤੁਹਾਡਾ ਸਾਥ ਦਿੰਦੀ ਹੈ। ਮੈਨੂੰ ਉੱਥੇ ਹੀ ਜਦੋਂ ਪਤਾ ਲੱਗਾ ਕਿ ਵੀ ਜਦੋਂ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀਗੀ, ਕਿਉਂਕਿ ਉਹਨੂੰ 11 ਘੰਟੇ ਪਹਿਲਾਂ ਫਾਂਸੀ ਦਿੱਤੀ ਜਾ ਰਹੀ, ਅਤੇ ਉਸ ਵੇਲੇ ਉਹ ਲੈਨਨ ਦੀ ਰੈਵੋਲਿਊਸ਼ਨਰੀ ਜਿਹੜੀ ਕਿਤਾਬ ਹੈਗੀ ਹੈ ਉਹ ਪੜ੍ਹ ਰਿਹਾ ਸੀਗਾ। ਉਹ ਵਰਕਾ ਮੁੜਿਆ ਹੋਇਆ ਹੈ। ਅੱਜ ਵੀ ਅਸੀਂ ਕੋਸ਼ਿਸ਼ ਕਰ ਗਏ ਕਿ ਵੀ ਉਹ ਵਰਕਾ ਸਿੱਧਾ ਹੋਵੇ। ਇਹ ਜਿਹੜੇ ਸਰੋਕਾਰ ਹੈ ਜ਼ਿੰਦਗੀ ਦੇ। ਦੂਸਰੀ ਗੱਲ ਹੈ ਕਿ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਹੈਗਾ ਉਸ ਵੇਲੇ ਵੀ ਕਈ ਵਾਰੀ ਤੁਹਾਡੇ ਪਰਿਵਾਰਕ ਤੌਰ 'ਤੇ ਤੁਹਾਡੀਆਂ ਅੜਚਨਾਂ ਆ ਜਾਂਦੀਆਂ ਹੈਗੀਆਂ, ਪਰ ਮੇਰੀ ਪਤਨੀ ਦਾ ਇੱਥੇ ਜ਼ਿਆਦਾ ਰੋਲ ਰਿਹਾ ਹੈਗਾ, ਮੇਰੇ ਭਰਾਵਾਂ ਦਾ ਵੀ ਰਿਹਾ ਹੈਗਾ, ਨਕਸ਼ ਦਾ ਵੀ ਰਿਹਾ ਹੈਗਾ ਕਿ ਉਹਨਾਂ ਨੇ ਜਿਹੜਾ ਹੈਗਾ ਵੀ ਮੈਨੂੰ ਕਦੇ ਤਕਲੀਫ ਹੀ ਨਹੀਂ ਦਿੱਤੀ ਕਿ ਵੀ ਭਾਜੀ ਸਾਡਾ ਆਹ ਕਰਦੇ ਉਹ ਕਰਦੇ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਇਹਦਾ ਰਸਤਾ ਹੋ ਰਹੇਗਾ ਅਤੇ ਉਹਨਾਂ ਨੇ ਕਦੇ ਇਸ ਗੱਲ ਵੱਲ ਮੇਰੀ ਪਤਨੀ ਨੇ ਸਾਰੀ ਕਬੀਲਦਾਰੀ ਆਪ ਸੰਭਾਲੀ। ਮੈਨੂੰ ਆਪਣਾ ਕਦੇ ਕੋਈ ਕਬੀਲਦਾਰੀ ਦਾ ਝੰਜਟ ਜਿਹਾ ਨਹੀਂ ਪਾਉਣ ਦਿੱਤਾ, ਕਿਉਂਕਿ ਮੈਨੂੰ ਲੱਗਦਾ ਕਿ ਬੰਦਾ ਖੁੱਬਦਾ ਜਦੋਂ ਇੱਥੇ ਖੁੱਬਦਾ ਨਾ ਜ਼ਿਆਦਾ
ਤਾਂ ਫਿਰ ਹੀ ਉਹਦੇ ਲਈ ਮੁਸ਼ਕਲਾਤ। ਹਾਂ, ਮੇਰੇ ਲਈ ਜਿਹੜਾ ਇੱਕ ਖੇਤਰ ਸੀਗਾ ਕਿ ਵੀ ਸਾਹਿਤਕ ਹਲਕਿਆਂ ਦੇ ਵਿੱਚ ਵਿਚਰਨਾ, ਔਰ ਤੁਸੀਂ ਜਾਣਦੇ ਹੀ ਆ ਕਿ ਵੀ ਮੈਂ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਹਾਂ, ਉਹਦਾ ਇਸ ਵੇਲੇ ਸੀਨੀਅਰ ਮੀਤ ਪ੍ਰਧਾਨ ਹੈ। ਔਰ ਇੱਦਾਂ ਦੇ ਅਹੁਦਿਆਂ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਮਾਣਮੱਤੀ ਪ੍ਰਾਪਤੀ ਹੁੰਦੀ ਹੈਗੀ ਹੈ। ਕਿੰਨੀਆਂ ਸਾਰੀਆਂ ਸਭਾਵਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਣਾਈਆਂ, ਕਦੇ ਗੁਰਦਿਆਲ ਰੋਸ਼ਨ ਦੇ ਨਾਲ ਰਲ ਕੇ, ਕਦੇ ਹੋਰ ਸੱਜਣਾਂ ਦੇ ਨਾਲ। ਹੁਣ ਵੀ ਅਸੀਂ ਉੱਥੇ ਦੁਆਬਾ ਸਾਹਿਬ ਸਭਾ ਗੜ੍ਹਸ਼ੰਕਰ ਚਲਾ ਰਹੇ ਹੈਗੇ, ਉਹਨਾਂ ਦੇ ਵਿੱਚ ਅਮਰੀਕ ਅਮਰਾਜ, ਅਵਤਾਰ ਸੰਧੂ, ਸੰਤੋਖ ਵੀਰ, ਹੋਰ ਕਿੰਨੇ ਲੋਕ ਹੈਗੇ ਆ ਜਿਹੜੇ ਮੇਰੇ ਨਾਲ ਜੁੜੇ ਹੈ। ਔਰ ਅਸੀਂ ਉੱਥੇ ਸਰਦਾਰ ਮੇਜਰ ਸਿੰਘ ਮੌਜੀ ਦੇ ਨਾਂ ਦੇ ਉੱਤੇ ਇੱਕ ਲਾਇਬ੍ਰੇਰੀ ਚਲਾ ਰਹੇ ਹੈਗੇ ਆ। ਔਰ ਲਾਇਬ੍ਰੇਰੀ ਚਲਾਉਣਾ ਆਪਣੇ ਆਪ ਦੇ ਵਿੱਚ ਹੀ ਇੱਕ ਵੱਡਾ ਕੰਮ ਹੈਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬ ਦੀਆਂ ਬਹੁਤੀਆਂ ਸਭਾਵਾਂ ਦੇ ਕੋਲ ਆਪਣਾ ਦਫ਼ਤਰ ਵੀ ਹੋਵੇ, ਪਰ ਸਾਡੇ ਕੋਲ ਉੱਥੇ ਪੂਰੇ ਦਾ ਪੂਰਾ 14x36 ਦਾ ਹਾਲ ਹੈ, ਜਿਹਦੇ ਵਿੱਚ ਸਾਡੀ ਲਾਇਬ੍ਰੇਰੀ ਹੈ, ਜਿਹਦੇ ਵਿੱਚ ਬੈਠਣ ਦਾ ਵੀ ਪ੍ਰਬੰਧ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਸਹਿਯੋਗੀ ਤੁਹਾਨੂੰ ਮਿਲਣਗੇ ਤਾਂ ਹੀ ਸੰਭਵ ਹੋ ਸਕਦੀਆਂ। ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ, ਅਤੇ ਇਹਦੇ ਨਾਲ ਤੁਹਾਨੂੰ ਸਿੱਖਣ ਸਿਖਾਉਣ ਦਾ ਬੜਾ ਮੌਕਾ ਮਿਲਦਾ ਹੈਗਾ। ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਮੇਰੇ ਲਈ ਨਾ ਜਿਹੜਾ ਆਮ ਤੌਰ 'ਤੇ 3 ਸ਼ਬਦ ਅਸੀਂ ਇਹਨਾਂ ਆਲੋਚਨਾ ਦੀ ਭਾਸ਼ਾ 'ਚ ਵਰਤਦੇ ਹਾਂ। ਇੱਕ ਹੁੰਦਾ ਵਾਦ, ਇੱਕ ਹੁੰਦਾ ਵਿਵਾਦ, ਇੱਕ ਹੁੰਦਾ ਸੰਵਾਦ। ਵਾਦ ਹੁੰਦਾ ਐਵੇਂ ਝਗੜਾ ਖੜਾ ਕਰਨਾ, ਵਿਵਾਦ ਹੁੰਦਾ ਲੜਾਈ ਹੋਰ ਪੈਦਾ ਕਰ ਦੇਣੀ। ਪਰ ਜਿੱਥੇ ਸੰਵਾਦ ਹੈ, ਤੁਸੀਂ ਇੱਕ ਦੂਜੀ ਦੀ ਪੋਜੀਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਬੰਦਾ ਕਿਸ ਨੁਕਤਾ ਨਿਗਾਹ ਤੋਂ ਗੱਲ ਕਰ ਰਿਹਾ ਅਤੇ ਮੈਂ ਉਸ ਨੂੰ ਕਿਸ ਨੁਕਤਾ ਨਿਗਾਹ ਤੋਂ ਸਮਝਣ ਦਾ ਯਤਨ ਕਰ ਰਿਹਾ ਹੈਗਾ। ਅਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਫਿਰ ਅਸੀਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਪ੍ਰਸਥਿਤੀਆਂ ਹੈ, ਉਹਨਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਅਤੇ ਮੈਨੂੰ ਲੱਗਦਾ ਕਿ ਵੀ ਜੇ ਅਸੀਂ ਇਹਨਾਂ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਮੈਂ ਜਦੋਂ ਰਿਸ਼ਤਿਆਂ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਇਹ ਰਿਸ਼ਤੇ ਨਹੀਂ ਹੈਗੇ, ਇੱਕ ਤਰ੍ਹਾਂ ਦੀਆਂ ਸੰਸਥਾਵਾਂ ਹੈ। ਚਾਹੇ ਉਹ ਪਿਓ ਆ, ਚਾਹੇ ਪਿਤਾ ਆ, ਚਾਹੇ ਪਤੀ ਆ, ਚਾਹੇ ਪਤਨੀ ਆ, ਚਾਹੇ ਮਾਂ ਆ, ਚਾਹੇ ਭੈਣ ਆ, ਚਾਹੇ ਹੋਰ ਦੋਸਤ ਮਿੱਤਰ ਆ, ਇਹ ਇੱਕ ਤਰ੍ਹਾਂ ਦੀਆਂ ਸੰਸਥਾਵਾਂ ਆ। ਔਰ ਇਹਨਾਂ ਸੰਸਥਾਵਾਂ ਦੇ ਦਾਇਰੇ ਨਿਸ਼ਚਿਤ ਹੈਗੇ, ਹਰ ਦੇ ਅਧਿਕਾਰ ਵੀ ਆ ਅਤੇ ਕਰਤੱਵ ਵੀ ਆ। ਪਰ ਜਦੋਂ ਅਸੀਂ ਇੱਕ ਦੂਜੇ ਦੇ ਅਧਿਕਾਰਾਂ ਦੇ ਵਿੱਚ ਜਾਂ ਕਰਤੱਵਾਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਹਾਂ ਅਤੇ ਉਦੋਂ ਹੀ ਲੱਗਦਾ ਹੈ ਕਿ ਮੈਨੂੰ ਕਿ ਕੁਛ ਗੜਬੜ ਹੁੰਦੀ ਹੈ। ਜਿਹੜੇ ਇੰਨੇ ਸਾਡੇ ਝਮੇਲੇ ਆ, ਉਹ ਸਾਨੂੰ ਆਪਣੀ ਸਥਿਤੀ ਨੂੰ ਸਮਝਣ ਦੇ ਲਈ ਕਿਤੇ ਨਾ ਕਿਤੇ ਉਹ ਜਦੋਂ ਔਖ ਪੈਦਾ ਕਰਦੇ ਆ ਅਤੇ ਤਦੇ ਹੀ ਅਖਿਆਈ ਜਿਹੜੀ ਆਉਂਦੀ ਹੈ। ਆਮ ਵੀ ਕਿਹਾ ਜਾਂਦਾ ਕਿ ਜਿਹੜੀ ਭੀੜ ਹੈ ਕਿਸੇ ਹੱਲ ਦਾ ਸਮਾਧਾਨ ਨਹੀਂ ਕਰਦੀ ਹੈਗੀ, ਭੀੜ ਤਾਂ ਭੀੜ ਹੀ ਪੈਦਾ ਕਰਦੀ ਹੈਗੀ, ਇਹ ਮੁਸ਼ਕਿਲ ਹੀ ਪੈਦਾ ਕਰਦੀ ਹੈਗੀ। ਨਹੀਂ, ਮੈਂ ਕਹਿੰਦਾ ਕਿ ਵੀ ਉਹ ਜਿੱਦਾਂ ਕਿਹਾ ਨਾ ਵੀ ਲੋਕ ਸਾਰੇ ਹੀ ਜਿੱਦਾਂ ਰਲ ਮਿਲ ਕੇ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਜਦੋਂ ਉਹਨੂੰ ਆਖਰੀ ਇੱਛਾ ਵੀ ਪੁੱਛੀ ਗਈ ਸੀ ਨਾ ਤਾਂ ਉਹਨੇ 2 ਨਾਅਰੇ ਲਾਏ ਆ, ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ। ਹੁਣ ਇਹ ਜਿਹੜੀਆਂ 2 ਚੀਜ਼ਾਂ ਹੈਗੀਆਂ, ਇਨਕਲਾਬ ਅਸਲ ਵਿੱਚ ਤਬਦੀਲੀ ਹੈ, ਸਾਮਰਾਜ ਉਹ ਹੈਗਾ ਜਿਹੜਾ ਤੁਹਾਡੀ ਹਰ ਚੀਜ਼ ਨੂੰ ਖੋਹਣ ਦਾ ਯਤਨ ਕਰ ਰਿਹਾ। ਜੇ ਮੈਂ ਇਹਨੂੰ ਅੱਜ ਦੇ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਹੋਵੇ ਤਾਂ ਮੈਂ ਇਹ ਕਹਿੰਦਾ ਕਿ ਲੋਕਾਂ ਨੂੰ ਤੁਸੀਂ ਹੋਰ ਢੰਗ ਨਾਲ ਬੜਾ ਵੰਡ ਸਕਦੇ ਹੋ, ਪਰ ਭੁੱਖ ਦੇ ਨਾਂ 'ਤੇ ਨਹੀਂ ਵੰਡ ਸਕਦੇ। ਕਿਸੇ ਨਾ ਕਿਸੇ ਦਿਨ ਜਿਹੜੀ ਆ ਲੋਕ ਭੁੱਖ ਨੂੰ ਸਮਝ ਜਾਣਗੇ, ਕਿਉਂਕਿ ਮਨੁੱਖ ਨੂੰ ਭੁੱਖ ਹਰ ਨੂੰ ਲੱਗਣੀ ਆ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਈਸਾਈ ਆ, ਚਾਹੇ ਮੁਸਲਮਾਨ ਆ, ਚਾਹੇ ਕੋਈ ਹੋਰ ਹੈਗਾ, ਚਾਹੇ ਉਹ ਬੱਚਾ ਆ, ਬੁੱਢਾ ਆ, ਜਵਾਨ ਆ, ਔਰਤ ਆ, ਮਰਦ ਆ। ਭੁੱਖ ਦਾ ਜਿਹੜਾ ਸਵਾਲ ਹੈ ਨਾ ਉਹ ਸਾਰਿਆਂ ਲਈ ਇੱਕੋ ਜਿਹਾ ਹੈਗਾ। ਅਤੇ ਸਾਮਰਾਜ ਦੀ ਜਿਹੜੀ ਇਹ ਜਿਹੜੀ ਹੈਗੀ ਉਹ ਉਦੋਂ ਸਮਝ ਗਿਆ ਸੀ। ਉਹਨੇ ਸਾਮਰਾਜ ਮੁਰਦਾਬਾਦ ਇਸੇ ਕਰਕੇ ਕਿਹਾ ਸੀ ਕਿ ਸਾਮਰਾਜ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਮਨੁੱਖ ਦੀਆਂ 3 ਲੋੜਾਂ ਪ੍ਰਮੁੱਖ ਹੈਗੀਆਂ, ਬਾਕੀ ਆਪਾਂ ਉਹਨਾਂ ਤੋਂ ਬਗੈਰ ਕਰ ਲਾਂਗੇ ਗੁਜ਼ਾਰਾ। ਉਹਦੇ ਵਿੱਚ ਪ੍ਰਮੁੱਖ ਉਹਦੀ ਹੈਗੀ ਆ ਹਵਾ, ਪਾਣੀ ਅਤੇ ਭੋਜਨ। ਦੇਖੋ 2 ਚੀਜ਼ਾਂ ਦੇ ਤਾਂ ਕਾਬਜ਼ ਹੋ ਚੁੱਕੇ, ਪੂਰੀ ਤਰ੍ਹਾਂ ਹੋ ਚੁੱਕੇ ਆ। ਰਹਿ ਗਿਆ ਸੀ ਹੁਣ ਭੋਜਨ ਸਾਨੂੰ ਧਰਤੀ ਨੇ ਦੇਣਾ। ਅਤੇ ਧਰਤੀ ਜਿਹੜੀ ਸੀ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਕਿਉਂਕਿ ਪਹਿਲਾਂ ਇੱਦਾਂ ਭੂਮੀ ਦੇ ਮਾਲਕ ਨਹੀਂ ਸੀ ਹੁੰਦੇ ਲੋਕ,
ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਦਾ ਰਾਜ ਕਾਇਮ ਹੋਇਆ, ਉਹਨੇ ਜਿਹੜੇ ਭੂਮੀਹੀਣ ਲੋਕ ਸੀਗੇ, ਜਿਹੜੇ ਉਹਦੇ ਨਾਲ ਸੰਘਰਸ਼ ਦੇ ਵਿੱਚ ਸੀ, ਉਹਨਾਂ ਨੂੰ ਉਹਨੇ ਜ਼ਮੀਨਾਂ ਵੰਡ ਦਿੱਤੀਆਂ। ਇਹ ਵੱਖਰੀ ਗੱਲ ਹੈ, ਸਾਡੀ ਬਦਕਿਸਮਤੀ ਸਮਝੋ। ਉਹਨੇ ਤਾਂ ਰਜਵਾੜਾ ਸ਼ਾਹੀ ਖਤਮ ਕਰ ਦਿੱਤੀ, ਜ਼ਗੀਰਦਾਰੀ ਖਤਮ ਕਰ ਦਿੱਤੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਆਉਂਦਿਆਂ ਉਹ ਰਜਵਾੜਾ ਸ਼ਾਹੀ ਮੁੜ ਕੇ ਕਾਇਮ ਹੋ ਗਈ ਅਤੇ ਉਹਦਾ ਹੀ ਅੱਜ ਅਸੀਂ ਖਿਆਮਿਆਜਾ ਭੁਗਤ ਰਹੇ ਹਾਂ। ਉਸੇ ਹੀ ਉਭਾਰ ਰਵਾਉਣ ਦੇ ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕਬੀਰ ਲਾ ਲਓ, ਬਾਬਾ ਰਵਿਦਾਸ ਲਾ ਲਓ, ਜਾਂ ਬਾਕੀ ਸਾਡੇ ਗੁਰੂ ਜਨ ਹੈਗੇ ਆ, ਮਹਾਂਪੁਰਸ਼ ਆ, ਜਿਹੜਾ ਉਹਨਾਂ ਨੇ ਮਨੁੱਖਤਾ ਦਾ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਦੇ ਸੰਦੇਸ਼ ਦਿੱਤੇ। ਬਾਬੇ ਰਵਿਦਾਸ ਨੇ ਸਾਨੂੰ ਬੇਗਮਪੁਰਾ ਦਾ ਜਿਹੜਾ ਸੰਕਲਪ ਦੇ ਕੇ ਦਿੱਤਾ, ਗੁਰੂ ਗੋਬਿੰਦ ਸਿੰਘ ਨੇ ਉਹਨੂੰ ਖਾਲਸੇ ਦਾ ਰੂਪ ਦੇ ਕੇ ਉਹਨੂੰ ਅਮਲੀ ਜਾਮਾ ਪਹਿਨਾਇਆ। ਉਹਨੂੰ ਜਿਹੜਾ ਪੁੱਠਾ ਗੇੜਾ ਦੇਣ ਦਾ ਜਿਹੜਾ ਖਮਿਆਜਾ ਸੀ ਅੱਜ ਤੱਕ ਭੁਗਤ ਰਹੇ, ਕਿਉਂਕਿ ਅੱਜ ਜਿਹੜੀ ਸਾਮਰਾਜ ਦੀ ਭੁੱਖ ਹੈ ਉਹ ਕਾਰਪੋਰੇਟੀ ਸੈਕਟਰ ਦੇ ਰਾਹੀਂ ਹੈ। ਉਹ ਚਾਹੁੰਦੇ ਆ ਕਿ ਵੀ ਜਿਹੜੇ ਅਨਾਜ ਆ ਉਹ ਵੀ ਸਾਡੇ ਕਬਜ਼ੇ 'ਚ ਹੋਵੇ। ਅਸੀਂ ਆਮ ਤੌਰ 'ਤੇ ਮੈਂ ਨਾ ਇਹਦੇ ਨੂੰ ਜਦੋਂ ਗੱਲ ਕਰਦਾ ਹੁੰਦਾ ਵੀ ਸਾਮਰਾਜੀ ਸੋਚ ਦਾ ਧੁਰਾ ਕਿੱਥੇ ਤੱਕ ਜਾਂਦਾ ਹੈਗਾ, ਕਿ ਇਹ ਲੋਕ ਆਉਂਦੇ ਕਾਨੂੰਨੀ ਤੌਰ 'ਤੇ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਆਉਂਦੇ ਆ। ਔਰ ਤੁਸੀਂ ਦੇਖੋ ਸਾਡੇ ਹੁਣ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ, ਉਹਨਾਂ ਦਾ ਖਾਸਾ ਹਿਟਲਰ ਦੇ ਨਾਲ ਕਿਵੇਂ ਮਿਲਦਾ ਹੈਗਾ। ਹਿਟਲਰ ਵੀ ਜਦੋਂ ਚੋਣ ਜਿੱਤਿਆ ਹੈਗਾ ਉਹ ਸ਼ੁੱਧ ਕੌਮ ਦੇ ਨਾਂ ਦੇ ਉੱਤੇ ਜਿੱਤਿਆ, ਔਰ ਜਦੋਂ ਪਾਰਲੀਮੈਂਟ ਦੇ ਵਿੱਚ ਗਿਆ ਸਭ ਤੋਂ ਪਹਿਲਾਂ ਉਹਨੇ ਮੱਥਾ ਟੇਕਿਆ। ਇੱਦਾਂ ਹੀ ਸਾਡੇ ਪ੍ਰਧਾਨ ਮੰਤਰੀ ਜੀ ਟੇਕ ਰਹੇ ਆ। ਫਿਰ ਉਹ ਜਿਵੇਂ ਹੈਗਾ, ਉਹਦੀ ਇੱਕ ਸਭ ਤੋਂ ਵੱਡੀ ਮਿਸਾਲ ਇਹ ਦਿੱਤੀ ਜਾਂਦੀ ਹੈ ਕਿ ਵੀ ਇੱਕ ਵਾਰੀ ਉਹ ਸੰਸਦ ਦੇ ਵਿੱਚ ਆਉਂਦਾ ਤਾਂ ਇੱਕ ਕੁੱਕੜ ਲੈ ਕੇ ਆਉਂਦਾ, ਕੁੱਕੜ, ਅਤੇ ਉਹ ਸੰਸਦ ਦੇ ਵਿੱਚ ਬੈਠੇ ਬੰਦਿਆਂ ਦੇ ਸਾਹਮਣੇ ਉਹ ਕੁੱਕੜ ਦੇ ਇਕੱਲੇ ਜਿਹੜੇ ਖੰਭ ਆ ਨੋਚ ਕੇ ਸਿੱਟ ਦਿੰਦਾ ਸਟੇਜ ਦੇ ਉੱਤੇ। ਪਰ ਬਾਅਦ ਦੇ ਵਿੱਚ ਜਦੋਂ ਉਹ ਸਾਰਾ ਰੋਡਾ ਪੋਡਾ ਹੋ ਜਾਂਦਾ ਨਾ, ਉਹਨੂੰ ਸਟੇਜ 'ਤੇ ਰੱਖ ਕੇ ਤਾਂ ਉਹਦੇ ਮੂਹਰੇ ਇੱਕ ਦਾਣਾ ਸਿੱਟਦਾ। ਉਹ ਦਾਣਾ ਸਿੱਟਣ ਤੋਂ ਬਾਅਦ ਉਹ 2 ਕਦਮ ਚੱਲਦਾ ਅੱਗੇ, ਫਿਰ ਇੱਕ ਦਾਣਾ ਸਿੱਟਦਾ। ਹੁਣ ਉਹ ਜਿਹੜਾ ਕੁੱਕੜ ਆ ਆਪਣੀ ਸਾਰੀ ਤਕਲੀਫ ਭੁੱਲ ਚੁੱਕਾ, ਉਹ ਦਾਣੇ ਮਗਰ ਦੌੜਦਾ। ਇਹ ਜਿਹੜੇ ਨਾ, ਇਹ ਜਿਹੜੀ ਚੀਜ਼ ਹੈ, ਸੋਚ ਹੈ ਕਿ ਤੁਹਾਨੂੰ ਦਾਣੇ ਦੇ ਲਈ ਤਰਸਾਉਣਾ, ਤੁਹਾਡੀ ਅਸਲ ਜਿਹੜੀ ਹੈ ਪੀੜ ਤੋਂ ਤੁਹਾਡਾ ਧਿਆਨ ਬਟਾਉਣਾ, ਇਹ ਜਿਹੜੀ ਇਹ ਉਹ ਵਰਕਾ ਮੋੜਨ ਦੀ ਗੱਲ ਹੈ। ਕਿਤਾਬ ਦਾ ਵਰਕਾ ਤਾਂ ਆਪਾਂ ਵੈਸੇ ਮੋੜ ਸਕਦੇ, ਇੱਕ ਸੋਚ ਨੂੰ ਮੋੜਾ ਦੇਣਾ ਜਿਹੜਾ ਹੈਗਾ, ਕਿ ਜਿਹੜੀ ਇੱਕ ਸੋਚ ਸਾਡੇ ਉੱਤੇ ਜਿਹੜੀ ਵੰਡੀਆਂ ਪਾਉਂਦੀ ਸੋਚ ਹੈਗੀ ਆ, ਊਚ ਨੀਚ ਦਾ ਫਰਕ, ਅਮੀਰ ਗਰੀਬ ਦਾ, ਮਨੁੱਖ ਦੇ ਵਿੱਚ ਮਨੁੱਖ ਦੇ ਅੰਦਰ ਵੰਡੀਆਂ ਪਾਉਂਦੀ ਜਿਹੜੀ ਸੋਚ ਆ, ਉਹਨੂੰ ਬਦਲਣਾ ਜਿਹੜਾ ਹੈਗਾ ਉਹ ਜਿਹੜਾ ਪ੍ਰਮੁੱਖ ਕੰਮ ਹੈ। ਉਹਦੇ ਲਈ ਅਸੀਂ ਕਿੰਨਾ ਕੁ ਯਤਨ ਕਰ ਰਹੇ ਹਾਂ, ਕਿਉਂਕਿ ਅਸੀਂ ਹੁਣ ਤੱਕ ਜੋ ਮੇਰੀ ਨਜ਼ਰ ਦੇ ਵਿੱਚ, ਜੇ ਅਸੀਂ 70-75 ਸਾਲ ਦੀ ਆਜ਼ਾਦੀ 'ਚ ਦੇਖੀਏ ਤਾਂ ਅਸੀਂ ਇਹ ਦੇਖਿਆ ਕਿ ਜੇ ਕੋਈ ਮੁਸਲਮਾਨਾਂ ਦੇ ਖਿਲਾਫ ਸਰਕਾਰ ਕੋਈ ਫੈਸਲੇ ਲੈਂਦੀ, ਅਸੀਂ ਚੁੱਪ ਬੈਠੇ ਹਾਂ। ਜੇ ਬੁੱਧੀਜੀਵੀਆਂ ਦੇ ਖਿਲਾਫ ਕੋਈ ਗੱਲ ਹੁੰਦੀ ਹੈ, ਅਸੀਂ ਚੁੱਪ ਬੈਠੇ ਹਾਂ। ਜੇ ਕਿਸੇ ਮਾਈਨੋਰਟੀਜ਼ ਦੇ ਖਿਲਾਫ ਹੋ ਰਹੀ ਗੱਲ, ਅਸੀਂ ਚੁੱਪ ਬੈਠੇ ਹਾਂ। ਔਰ ਇਹ ਜਿਹੜੀ ਚੁੱਪ ਹੈਗੀ ਸਾਡੀ, ਉਹ ਮੈਨੂੰ ਹੁਣ ਕਵੀ ਯਾਦ ਨਹੀਂ ਆ ਰਿਹਾ, ਹੈ ਤਾਂ ਉਹ ਜਰਮਨ ਦੇ ਸੰਬੰਧ ਦੇ ਵਿੱਚ ਹੀ ਸੀਗੀ, ਇਸੇ ਚੀਜ਼ ਨੂੰ ਦਰਸਾਉਂਦੀ ਕਿ ਜਦੋਂ ਉਹ ਮੇਰੇ ਘਰ ਆਏ ਤਾਂ ਮੈਂ ਦੇਖਿਆ ਵੀ ਇਹ ਮੇਰੇ ਤੋਂ ਦੂਜੇ ਗੁਆਂਢੀ ਦੇ ਘਰ ਹੈਗੇ, ਮੇਰੇ ਨਹੀਂ ਆਏ, ਤਾਂ ਮੈਂ ਨਾ ਆਪਣਾ ਦਰਵਾਜ਼ਾ ਖੋਲ੍ਹਿਆ ਨਹੀਂ, ਅਤੇ ਫਿਰ ਉਹ ਦੂਸਰੇ ਦੇ ਆਏ, ਮੈਂ ਫਿਰ ਵੀ ਨਹੀਂ ਖੋਲ੍ਹਿਆ। ਜਦੋਂ ਮੇਰੇ ਘਰ ਆਏ ਤਾਂ ਸਾਰੇ ਦਰਵਾਜ਼ੇ ਬੰਦ ਸੀ। ਤਾਂ ਸਾਡੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਅਸੀਂ ਦੇਖਦੇ ਹਾਂ ਕਿ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ, ਕਿਉਂਕਿ ਇਹ ਜਿਹੜੀ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ। ਮਹਾਤਮਾ ਬੁੱਧ ਤੋਂ ਲੈ ਕੇ ਹੁਣ ਤੱਕ ਜਿਹੜੀ ਇਨਸਾਨੀਅਤ ਦੀ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਆ। ਭਾਵੇਂ ਉਹ ਤੁਸੀਂ ਉਹਦੇ ਨੂੰ ਕਬੀਰ ਜੀ ਤੋਂ ਲੈ ਲਓ, ਕਿਉਂਕਿ ਸਾਨੂੰ ਇਤਿਹਾਸ ਵੀ ਖੱਪਿਆਂ 'ਚ ਮਿਲ ਰਿਹਾ। ਇਹ ਜਿਹੜੀ ਜੱਦੋ-ਜਹਿਦ ਹੈ ਨਾ, ਇਹ ਸਾਨੂੰ ਖੱਪਿਆਂ 'ਚ ਮਿਲ ਰਹੀ ਹੈ। ਕਿੱਥੇ ਮਹਾਤਮਾ ਬੁੱਧ, ਕਿੱਥੇ ਤੁਸੀਂ ਕਬੀਰ ਤੱਕ, ਵਿੱਚ ਕੁਝ ਵੀ ਨਹੀਂ ਹੋਏਗਾ ਕਿ ਪਰ ਸਥਿਤੀਆਂ ਇਹੋ ਜਿਹੀਆਂ ਕਿ ਉਹ ਸਾਡੇ, ਮੈਨੂੰ ਤਾਂ ਲੱਗਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਸਿਰਜਣਾ ਨਾ ਹੁੰਦੀ ਤਾਂ ਸਾਡੇ ਕੋਲੋਂ ਇਹ ਜਿਹੜੇ ਸਾਡੇ ਰਹਿਬਰ ਸੀ ਇਹ ਵੀ ਸਾਡੇ ਨਹੀਂ ਸੀ ਰਹਿਣੇ, ਇਹ ਵੀ ਉਹਨਾਂ ਦੇ ਬਣ ਜਾਣੇ ਸੀ। ਮੈਂ ਬਨਾਰਸ ਯੂਨੀਵਰਸਿਟੀ ਦੀ ਕਿਤੇ ਪੜ੍ਹਿਆ ਸੀ ਕਿ ਉਹ ਤੇ ਬਨਾਰਸ ਯੂਨੀਵਰਸਿਟੀ ਦੇ ਹਾਲ ਦੇ ਵਿੱਚ ਬਾਬਾ ਰਵਿਦਾਸ ਜੀ ਨੂੰ ਪੰਡਿਤ ਰੈਦਾਸ ਲਿਖਿਆ ਹੈਗਾ,
ਤੇ ਇਹ ਜਿਹੜੀਆਂ ਗੱਲਾਂ ਹੈਗੀਆਂ, ਕਿਉਂਕਿ ਅਸੀਂ ਕਿਉਂਕਿ ਪੰਜਾਬ ਦੀ ਤਾਂ ਦੁਖਾਂਤ ਰਿਹਾ ਨਾ, ਅਸੀਂ ਇਤਿਹਾਸ ਸਿਰਜਦੇ ਹਾਂ, ਇਤਿਹਾਸ ਨੂੰ ਸੰਭਾਲਦੇ ਨਹੀਂ। ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਖੁਦ ਸੰਭਾਲਦੀਆਂ ਹੈਗੀਆਂ, ਉਹ ਕੌਮਾਂ ਕਦੇ ਵੀ ਦੂਸਰੇ ਦੇ ਥੱਲੇ ਨਹੀਂ ਆਉਂਦੀਆਂ ਹੈਗੀਆਂ। ਮੇਰੀ ਕੌਮ ਤੋਂ ਭਾਵ ਹੈ ਨਾ ਧਰਮ ਨਹੀਂ ਹੈਗੇ, ਮੇਰੀ ਕੌਮ ਤੋਂ ਭਾਵ ਇਹ ਹੈਗਾ ਕਿ ਇਨਸਾਨੀਅਤ ਇੱਕ ਪਾਸੇ ਲੁੱਟਣ ਵਾਲੇ ਹੋਣਗੇ, ਇੱਕ ਪਾਸੇ ਮਜ਼ਦੂਰ ਜਮਾਤ ਹੋਊਗੀ ਜਾਂ ਜਿਨ੍ਹਾਂ ਦੀ ਲੁੱਟ ਹੋਣੀ ਹੈਗੀ ਆ। ਮਤਲਬ ਡਾਕਟਰ ਅੰਬੇਡਕਰ ਜੀ ਨੂੰ ਜਦੋਂ ਪੜ੍ਹ ਰਿਹਾ ਸੀਗਾ, ਕਿਉਂਕਿ ਮੈਂ ਪਹਿਲਾਂ ਮਾਰਕਸ ਪੜ੍ਹਿਆ, ਅਸੀਂ ਉਦੋਂ ਡਾਕਟਰ ਸਾਹਿਬ ਨੂੰ ਨਹੀਂ ਪੜ੍ਹਦੇ ਸੀਗੇ। ਹੁਣ ਜਦੋਂ ਮੈਂ ਪੜ੍ਹ ਰਿਹਾ ਤਾਂ ਉਹ ਜਿੰਨੀਆਂ ਕਮਾਲ ਦੀਆਂ ਗੱਲਾਂ ਕਰਕੇ ਗਏ ਆ ਕਿ ਮੈਂ ਪਹਿਲੀ ਵਾਰੀ ਨਾ 1986 ਦੇ ਵਿੱਚ ਇਹ ਨਾਅਰਾ ਦੇ ਕੇ ਆਇਆ ਸੀ ਯੂਨੀਵਰਸਿਟੀ ਦੇ ਵਿੱਚ ਕਿ ਇਸ ਦੇਸ਼ ਦੇ ਵਿੱਚ ਪਹਿਲਾਂ ਤੁਹਾਨੂੰ ਅੰਬੇਡਕਰ ਦੇ ਕਹੇ ਅਨੁਸਾਰ ਜਾਤ ਦੇ ਖਿਲਾਫ ਲੜਾਈ ਲੜਨੀ ਪਊਗੀ, ਜਾਤ ਤੋਂ ਜਮਾਤ ਤੱਕ ਜਾਓਗੇ, ਜਮਾਤ ਤੋਂ ਜਾਤ ਤੱਕ ਨਹੀਂ ਆਓਗੇ। ਅਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਤੁਹਾਨੂੰ ਤੁਹਾਡੇ ਸਹਿਯੋਗੀ ਦਿੰਦੇ ਆ ਜਾਂ ਉਹ ਸਰੋਕਾਰ ਦਿੰਦੇ ਜਿਨ੍ਹਾਂ ਦੇ ਵਿੱਚੋਂ ਦੀ ਤੁਸੀਂ ਗੁਜ਼ਰ ਰਹੇ ਹੁੰਦੇ ਆ। ਔਰ ਮੈਨੂੰ ਲੱਗਦਾ ਕਿ ਵੀ ਜਿਹੜੀਆਂ ਕਿਉਂਕਿ ਡਾਕਟਰ ਸਾਹਿਬ ਨੇ ਇੱਕ ਕਿਹਾ ਸੀ ਵੀ ਇਹ ਸੁਚੇਤ ਹੋਣ ਦੇ ਲਈ ਕਿ ਇਹ ਸਰਕਾਰਾਂ ਤੁਹਾਨੂੰ ਸਭ ਕੁਝ ਦੇ ਸਕਦੀਆਂ, ਇਹ ਤੁਹਾਨੂੰ ਕੱਪੜੇ ਵੀ ਦੇ ਦੇਣਗੀਆਂ, ਇਹ ਤੁਹਾਨੂੰ ਰੋਟੀ ਵੀ ਦੇ ਦੇਣਗੀਆਂ, ਇਹ ਤੁਹਾਨੂੰ ਮਕਾਨ ਵੀ ਦੇ ਦੇਣਗੀਆਂ, ਪਰ ਇੱਕ ਚੀਜ਼ ਨਹੀਂ ਦੇਣਗੀਆਂ, ਉਹ ਹੈਗੀ ਪੜ੍ਹਾਈ। ਤੁਹਾਨੂੰ ਸਿੱਖਿਆ ਮੁਫਤ ਨਹੀਂ ਦੇਣਗੇ, ਕਿਉਂਕਿ ਸਿੱਖਿਅਤ ਵਿਅਕਤੀ ਸਵਾਲ ਕਰੇਗਾ ਔਰ ਜਿਹੜੇ ਸਿੱਖਿਅਤ ਵਿਅਕਤੀ ਦੇ ਸਵਾਲਾਂ ਤੋਂ ਇਹਨਾਂ ਨੂੰ ਡਰ ਲੱਗਦਾ ਹੈਗਾ। ਤਾਂ ਮੈਨੂੰ ਲੱਗਦਾ ਕਿ ਵੀ ਉਹ ਭਗਤ ਸਿੰਘ ਦੀ ਜਿਹੜੀ ਮੈਂ ਵਰਕਾ ਮੋੜੇ ਦੀ ਗੱਲ ਕੀਤੀ ਹੈ, ਉਹ ਇਸ ਸੰਦਰਭ 'ਚ ਜੇ ਅਸੀਂ ਦੇਖਾਂਗੇ ਤਾਂ ਹਾਲੇ ਵੀ ਅਸੀਂ ਇਹਨਾਂ ਉਸ ਵਰਕੇ ਨੂੰ ਜਿਹੜਾ ਮੋੜਿਆ ਹੈ ਉਸ ਵੇਲੇ ਦਾ ਕਿਤਾਬ ਪੜ੍ਹਨ ਲਈ ਅਸੀਂ ਅਕਸਰ ਵਰਕਾ ਮੋੜ ਲੈਂਦੇ ਹਾਂ, ਪਰ ਇਹ ਨਹੀਂ ਹੈਗਾ ਕਿ ਵੀ ਉਹ ਵਰਕਾ ਜਿਹੜਾ ਕਿ ਉਹ ਸੋਚ ਕਿਹੜੀ 'ਤੇ ਹੈ। ਕਿਉਂਕਿ ਦੋ ਨਾਅਰੇ ਦੇ ਰਿਹਾ, ਦੋ ਨਾਅਰੇ ਕੀ ਹੈ? ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ। ਕੀ ਸਾਮਰਾਜ ਸਾਡੇ ਕੀ ਆਜ਼ਾਦੀ ਮਿਲਣ ਤੋਂ ਬਾਅਦ ਸਾਮਰਾਜ ਖਤਮ ਹੋ ਗਿਆ? ਇਹ ਸਵਾਲ ਸਾਡੇ ਸਾਹਮਣੇ ਅੱਜ ਵੀ ਖੜਾ ਹੈਗਾ। ਅੱਜ ਵੀ ਚੋਣਾਂ ਹੁੰਦੀਆਂ, 70 ਸਾਲ ਦੀਆਂ ਵੋਟਾਂ ਪਾਈ ਜਾਂਦੇ ਆ, ਇਹਨੂੰ ਨਹੀਂ ਪਾਈਆਂ ਉਹਨੂੰ ਪਾਈ ਜਾਂਦੇ ਨੇ ਲੋਕ, ਸਰਕਾਰਾਂ ਵੀ ਬਦਲੀ ਜਾਂਦੇ। ਪਰ ਜਿੱਦਾਂ ਵੀ ਤੁਸੀਂ ਦੇਖੋ ਜੀ, ਇਸੇ ਆਜ਼ਾਦੀ ਦਾ ਦੇਖੋ ਤੁਹਾਡੇ ਸੰਵਿਧਾਨ ਦੇ ਰਾਹੀਂ ਜਿੰਨੇ ਅਧਿਕਾਰ ਤੁਹਾਨੂੰ ਉਸ ਵੇਲੇ ਮਿਲੇ ਸੀ ਉਹਦੇ ਵਿੱਚੋਂ ਲਗਭਗ ਸਾਰੇ ਖਤਮ ਕੀਤੇ ਜਾ ਰਹੇ। ਬੋਲਣ 'ਤੇ ਤੁਹਾਡੇ ਪਾਬੰਦੀ ਹੈਗੀ ਹੈ, ਤੁਹਾਨੂੰ ਹੁਣ ਆਪਣੀ ਮਨਮਰਜ਼ੀ ਦੇ ਨਾਲ ਖਾਣ 'ਤੇ ਜਿਹੜਾ ਹੁਣ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਖਾ ਵੀ ਨਹੀਂ ਸਕਦੇ, ਪਹਿਨ ਨਹੀਂ ਸਕਦੇ ਹੈਗੇ, ਅਤੇ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ, ਕਿਉਂਕਿ ਤੁਹਾਨੂੰ ਇਸ ਤਰ੍ਹਾਂ ਦੇ ਦਬਾਵਾਂ ਦੇ ਵਿੱਚੋਂ। ਪਰ ਮੈਂ ਇਹਦੇ ਇੱਕ ਸ਼ੇਅਰ 'ਚ ਮੈਂ ਤੁਹਾਨੂੰ ਇੱਕ ਗੱਲ ਕਹਿਣ ਦੇ ਯਤਨ ਕਰ ਲਵਾਂਗਾ ਕਿ ਮੈਂ ਉਹ ਸ਼ੇਅਰ ਇੱਕ ਗਜ਼ਲ ਦਾ ਲਿਖਿਆ ਸੀ, ਡਰ ਕੇ ਕਦ ਨੇ ਰਹਿੰਦੇ, ਡਰ ਕੇ ਕਦ ਨੇ ਰਹਿੰਦੇ ਜ਼ਾਲਮ ਦੇ ਜ਼ੁਲਮ ਕੋਲੋਂ, ਹੱਕ ਵਾਸਤੇ ਸਿਰਾਂ ਦੀ ਬਾਜ਼ੀ ਲਗਾਉਣ ਵਾਲੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਇਹ ਚੀਜ਼ਾਂ ਜਿਹੜੇ ਲੋਕਾਂ ਦੇ ਅੰਦਰ ਵਸ ਗਿਆ, ਸਾਡੀ ਹੋਂਦ ਇਸ ਧਰਤੀ ਦੇ ਨਾਲ ਆ। ਜੇ ਇਹ ਧਰਤੀ ਨਾ ਰਹੀ ਤਾਂ ਸਾਡੀ ਹੋਂਦ ਅਤੇ ਸਾਡੀ ਜ਼ਮੀਰ ਨਾਲੋਂ ਨਾਲ ਹੀ ਖਤਮ ਹੋ ਜਾਏਗੀ। ਤਾਂ ਇਸ ਪ੍ਰਸੰਗ ਦੇ ਵਿੱਚ ਜਿਵੇਂ ਯਤਨ ਅੱਜ ਕਿਉਂਕਿ ਮੇਰੀ ਜਾਚੀ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ, ਇਹ ਸਮੁੱਚੀ ਮਾਨਵਤਾ ਦਾ ਅੰਦੋਲਨ ਹੈਗਾ, ਇਹ ਭੁੱਖ ਦਾ ਅੰਦੋਲਨ ਹੈ ਅਸਲ ਵਿੱਚ। ਤਾਂ ਮੈਨੂੰ ਲੱਗਦਾ ਕਿ ਲੋਕ ਇਸ ਗੱਲ ਨੂੰ ਸਮਝਣਗੇ। ਜਾਂ ਸ਼ੁਰੂ ਦੇ ਵਿੱਚ ਲੱਗਦਾ ਸੀ ਸਾਡੀਆਂ ਹੁਕੂਮਤਾਂ ਨੂੰ ਵੀ ਇਹ ਪੰਜਾਬ ਤੱਕ ਹੈ ਜੀ, ਫਿਰ ਹਰਿਆਣੇ ਤੱਕ ਚਲਾ ਗਿਆ ਜੀ, ਫਿਰ ਪੱਛਮੀ ਉੱਤਰ ਪ੍ਰਦੇਸ਼ ਤੱਕ, ਫਿਰ ਰਾਜਸਥਾਨ ਚਲਾ ਗਿਆ ਜੀ। ਹੁਣ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਹੂਕ ਜਾ ਰਹੀ ਆ, ਲੋਕ ਉੱਠ ਖੜ੍ਹੇ ਹੋਣ ਲੱਗੇ ਹੈਗੇ। ਅਤੇ ਇਹ ਲੱਗਦਾ ਕਿ ਵੀ ਇੱਕ ਨਾ ਇੱਕ ਦਿਨ ਇਹ ਸਰਦਾਰ ਭਗਤ ਸਿੰਘ ਦਾ ਉਹ ਸੁਪਨਾ ਜ਼ਰੂਰ ਪੂਰਾ ਹੋਏਗਾ, ਉਹ ਵਰਕਾ ਜ਼ਰੂਰ ਮੁੜੇਗਾ। ਹਾਂਜੀ, ਉਹ ਇਸ ਤਰ੍ਹਾਂ ਹੋਇਆ ਸੀ ਨਾ ਜੀ, ਮੇਰੀ ਆਪਣੀ ਨਾ ਨਿੱਜੀ ਲਾਇਬ੍ਰੇਰੀ 650 ਸਕੁਅਰ ਫੁੱਟ ਦੇ ਵਿੱਚ ਸੀਗੀ, ਅਤੇ ਉਨੀ ਦਿਨੀ ਵੀ ਮੈਂ, ਕਿਉਂਕਿ ਮੈਨੂੰ ਪੰਗੇ ਲੈਣ ਦੀ ਆਦਤ ਹੈ, ਮੈਂ ਇੱਕ ਕਿਸੇ ਦੀ ਕੰਪਨੀ ਬਣੀ ਸੀ, ਓਸ਼ੀਅਨ ਨੈੱਟ ਇਨਫੋ ਪ੍ਰਾਈਵੇਟ ਲਿਮਟਿਡ, ਉਹਦੇ ਵਿੱਚ ਕਿਸੇ ਢੰਗ ਦੇ ਨਾਲ ਚਲਾ ਗਿਆ ਜਾਂ ਮੈਨੂੰ ਲੈ ਆਂਦਾ ਗਿਆ। ਪਰ ਉਹਦੇ ਵਿੱਚ ਘਾਟਾ ਇੰਨਾ ਕੁ ਪਿਆ ਕਿ ਮੈਨੂੰ ਉਹਨਾਂ
ਜਿਹੜਾ ਲੋਕ ਇਹ ਕਹਿਣ ਲੱਗ ਪਏ ਵੀ ਹੁਣ ਸੰਧੂ ਵਰਿਆਣਵੀ ਦੀ ਜਿੱਦਣ ਨਿਕਲੂਗੀ ਨਾ ਲਾਸ਼ ਘਰੋਂ ਨਿਕਲਣੀ ਹੈ, ਕਿਉਂਕਿ ਘਾਟਾ ਹੀ ਇੰਨਾ ਜ਼ਿਆਦਾ ਸੀਗਾ ਵੀ ਹਜ਼ਾਰਾਂ 'ਚ ਨਹੀਂ ਸੀ, ਲੱਖਾਂ 'ਚ ਸੀ। ਉਹ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਅਸੀਂ ਹਿਸਾਬ ਕੀਤਾ ਸੀ 22,08,178 ਰੁਪਈਏ ਦਾ ਘਾਟਾ ਦੇ ਕੇ ਉੱਠੇ ਸੀ ਅਤੇ ਲੋਕਾਂ ਦਾ ਪੈਸਾ ਲੱਗਾ ਸੀਗਾ। ਤਾਂ ਮੈਨੂੰ ਵੀ ਲੱਗਦਾ ਸੀਗਾ ਕਿ ਵੀ ਇਹ ਲੋਕ ਹੁਣ ਮੇਰੇ ਘਰ ਪੈਸੇ ਮੰਗਣ ਆਉਣਗੇ, ਯਾਰ ਮੈਂ ਤਾਂ ਕਦੇ ਕਿਸੇ ਤੋਂ ਕੋਈ ਗੱਲ ਹੀ ਨਹੀਂ ਖਵਾਈ, ਅਤੇ ਇਹ ਕਿਵੇਂ ਹੈ ਨਾ ਹੋਊਗਾ। ਤੁਸੀਂ ਸੱਚ ਜਾਣਿਓ ਨਾ, ਤਾਂ ਮੇਰੀ ਧਰਮ ਪਤਨੀ ਨੇ, ਹਾਲਾਂਕਿ ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਬਹੁਤ ਖਾਸ ਮਿੱਤਰਾਂ ਨੇ ਇਹ ਵੀ ਐਲਾਨ ਕਰ ਦਿੱਤਾ ਵੀ ਸੰਧੂ ਵਰਿਆਣਵੀ ਤੋਂ ਹੁਣ ਮਰ ਗਿਆ। ਅੱਛਾ, ਮੇਰੀ ਧਰਮ ਪਤਨੀ ਪਤਾ ਨਹੀਂ ਸਰੜੇ ਕਰੇ ਕਿੱਥੋਂ ਹੈਗਾ, ਉਹ ਕਹਿੰਦੀ ਕੁਛ ਨਹੀਂ ਹੋਇਆ, ਤੂੰ ਇੱਦਾਂ ਕਰਿਆ ਕਰ, ਤੂੰ ਪਾਠ ਕਰਿਆ ਕਰ। ਅੱਛਾ, ਉਹ ਪਾਠ ਕਰਨ ਦੇ ਤਾਂ ਇੱਕ ਬਹਾਨਾ ਸੀ। ਤਾਂ ਮੈਂ ਉਹਨਾਂ ਦੇ ਨਾਂ ਦੇ ਵਿੱਚ ਮੈਂ ਬਹੁਤ ਸਮਾਂ 5 ਸਾਲ ਦਾ ਜੀ ਲਗਭਗ ਹੈਗਾ, ਜਿਹਦੇ ਵਿੱਚ ਮੈਂ ਘਰੋਂ ਬਾਹਰ ਬਹੁਤ ਘੱਟ ਨਿਕਲਿਆ ਹੈਗਾ। ਔਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ 5 ਸਾਲ ਲਾ ਕੇ ਪੜ੍ਹਨ ਦਾ ਯਤਨ ਕੀਤਾ। ਉਦਾਹਰਨ ਅਸੀਂ ਇੱਕ ਮੇਰੇ ਨਾਲ ਪ੍ਰੋਫੈਸਰ ਰਜਿੰਦਰ ਸਿੰਘ ਸੀ, ਅਸੀਂ 2 ਸਹਿਯੋਗੀ ਬਣ ਗਏ। ਅਸੀਂ ਪਾਠ ਰੱਖ ਲੈਣਾ ਜੀ, ਸਹਿਜ ਪਾਠ ਰੱਖ ਲੈਣਾ, ਚਾਹੇ ਉਹ 2 ਮਹੀਨਿਆਂ 'ਚ ਮੁੱਕੇ ਜਾਂ 3 ਮਹੀਨਿਆਂ 'ਚ। ਆਪਸ ਵਿੱਚ ਵਿਚਾਰ ਵਟਾਂਦਰਾ ਵੀ ਕਰਨਾ ਕਿ ਵੀ, ਅਤੇ ਉਹ 10 ਮੈਂ ਦੂਜੇ ਵੀ ਲਿਆ ਕੇ ਰੱਖੇ ਸੀਗੇ ਸਾਹਿਬ ਸਿੰਘ ਦਾ, ਜਿਹੜੇ ਹੈਗੇ ਆ ਟੀਕੇ ਕੀਤੇ, ਉਹ ਅਸੀਂ ਵੀ ਵਿਚਾਰ ਵਟਾਂਦਰੇ 5 ਸਾਲਾਂ ਦੇ ਵਿੱਚ ਸਾਡੀ ਉਹ ਸੰਕਟ ਵੀ ਦੂਰ ਹੋ ਗਿਆ, ਪਤਾ ਨਹੀਂ ਕਿੱਦਾਂ ਹੋ ਗਿਆ। ਅਤੇ ਉਹਨਾਂ ਸਮਿਆਂ ਦੇ ਵਿੱਚ ਮੈਂ ਬਾਬਾ ਰਵਿਦਾਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਦੇ 40 ਸ਼ਬਦਾਂ ਦੇ ਉੱਤੇ। ਉਹ 40 ਸ਼ਬਦਾਂ ਦੇ ਵਿੱਚੋਂ ਇੱਕ ਸ਼ਬਦ ਸੀਗਾ ਤੋਹੀ ਮੋਹੀ, ਜਿਹੜਾ ਸ਼੍ਰੀ ਰਾਗ ਦੇ ਵਿੱਚ ਪਹਿਲਾਂ ਹੀ ਆਉਂਦਾ ਹੈਗਾ, ਅੰਤਰ ਕੈਸਾ। ਮੈਂ ਉਹਨੂੰ 7 ਦ੍ਰਿਸ਼ਟੀਆਂ ਦੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ। ਉਹਦਾ ਸਮਾਜਿਕ ਸੰਦਰਭ ਕੀ ਹੈ, ਉਹਦਾ ਧਾਰਮਿਕ ਸੰਦਰਭ ਕੀ ਹੈ, ਉਹਦਾ ਸੱਭਿਆਚਾਰਕ ਕੀ ਹੈ, ਆਰਥਿਕ ਕੀ ਹੈਗਾ, ਅਤੇ ਉਹਦਾ ਰਾਜਨੀਤਿਕ ਕੀ ਹੈਗਾ। ਕਿਉਂਕਿ ਜਿਹੜਾ ਬੇਗਮਪੁਰਾ ਸਾਹਿਰ ਕੋ ਨਾਂ ਉਹਦੇ ਵਿੱਚੋਂ ਹੀ ਜਨਮਦਾ ਹੈਗਾ। ਕਿਉਂਕਿ ਜਦੋਂ ਉਹ ਕਹਿੰਦੇ ਵੀ ਤੋਹੀ ਮੋਹੀ, ਪਹਿਲਾਂ ਤਾਂ ਉਹ ਪ੍ਰਮਾਤਮਾ ਨੂੰ ਸੰਬੋਧਨ ਹੋ ਰਹੇ ਆ। ਸਾਨੂੰ ਲੱਗੂਗਾ ਕਿ ਵੀ ਹੇ ਪ੍ਰਮਾਤਮਾ, ਵੀ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈਗਾ। ਫਿਰ ਉਹੀ ਸਵਾਲ ਉਹ ਸਮਾਜ ਨੂੰ ਕਰਦੇ ਆ ਕਿ ਦੱਸੋ ਤੁਸੀਂ ਸਾਨੂੰ ਇੰਨਾ ਦੁਤਕਾਰਦੇ ਆ, ਤੁਹਾਡੇ ਅਤੇ ਸਾਡੇ ਵਿੱਚ ਅੰਤਰ ਕੀ ਹੈਗਾ। ਕਿਉਂਕਿ ਉਹਦੇ ਜਦੋਂ ਤੁਸੀਂ ਕਬੀਰ ਦੀ ਬਾਣੀ ਨੂੰ ਫੜਦੇ ਆ, ਜਿੱਥੇ ਉਹ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਕਿਉਂਕਿ ਇਹ ਇੱਕ ਜਦੋਂ ਤੁਸੀਂ ਇਸ ਸਾਰੇ ਸੰਦਰਭ ਨੂੰ ਦੇਖਦੇ ਆ ਤਾਂ ਫਿਰ ਤੁਹਾਨੂੰ ਲੱਗਦਾ ਇਹ ਵਿਚਾਰਧਾਰਕ ਤੌਰ ਦੇ ਉੱਤੇ ਇੱਕ ਜੰਗ ਲੜੀ ਜਾ ਰਹੀ ਹੈ। ਇੱਕ ਤਰ੍ਹਾਂ ਦੇ ਉਸ ਵੇਲੇ ਸਮਾਜ ਦੇ ਅੱਗੇ ਸਵਾਲ ਸੱਟੇ ਜਾ ਰਹੇ ਆ। ਉਹ ਉਸ ਵੇਲੇ ਜਿਹੜਾ ਸੀ, ਮੈਂ ਇਹ ਤੋਹੀ ਮੋਹੀ ਤੋਹੀ ਅੰਤਰ ਦੇ ਉੱਤੇ ਕੋਈ ਲਗਭਗ 125 ਸਫ਼ੇ ਜਿਹੜੇ ਫੁੱਲਸਕੇ ਪੇਪਰ ਦੇ ਆ, ਉਹ ਲਿਖਣ ਤੋਂ ਬਾਅਦ ਵੀ ਮੇਰੀ ਤਸੱਲੀ ਨਹੀਂ ਸੀ। ਉਂਝ ਮੇਰੇ ਕੋਲ 3000 ਸਫ਼ਿਆਂ ਦੇ ਉਹ 40 ਸ਼ਬਦਾਂ ਲਈ ਦੂਸਰੇ ਸੀਗੇ, ਕੀ ਕਹਿੰਦੇ ਆ, ਨੋਟਸ ਬਣੇ ਹੋਏ ਸੀਗੇ। ਅੱਛਾ, ਉਹ ਸਾਰਾ ਖਜ਼ਾਨਾ ਜਿਹੜਾ ਪਤਾ ਨਹੀਂ ਉੱਥੇ ਕੀ ਹੋਇਆ, ਕੀ ਪਾਣਾ ਵਾਪਰਿਆ, ਅਸੀਂ ਘਰ ਨਹੀਂ ਸੀਗੇ, ਅੱਗ ਲੱਗ ਗਈ। ਮਗਰੋਂ ਉਹ ਮੇਰੀਆਂ 3,500 ਕਿਤਾਬਾਂ ਵੀ, 3,500 ਦੇ ਕਰੀਬ ਮੈਗਜ਼ੀਨ ਵਗੈਰਾ, ਹੋਰ ਮੈਂ ਆਪਣੀ ਬੜੀ ਇੱਛਾ ਦੇ ਨਾਲ ਅੰਦਰ ਮਿਊਜ਼ਿਕ ਸਿਸਟਮ ਲਾਏ ਸੀ, ਕਈ ਕੁਛ ਕੀਤਾ ਹੈ ਸੀਗਾ। ਥੱਲੇ ਕਲੀਨ ਵਿਸ਼ੇ ਸੀਗੇ, ਟੀਕ ਪਲਾਈ ਦੇ ਲਾ ਕੇ ਉਹ ਸਾਰਾ ਸੜ ਕੇ ਸੁਆਹ ਹੋ ਗਿਆ। ਤਾਂ ਪਰ ਮੈਨੂੰ ਉਹਨਾਂ ਜਦੋਂ ਪਤਾ ਲੱਗਾ, ਮੈਂ ਉਦੋਂ ਲੁਧਿਆਣੇ ਮੇਰੀ ਮਿਸੇਜ ਦੇ ਨਾ ਭਤੀਜੀ ਦਾ ਵਿਆਹ ਸੀਗਾ, ਦੂਜੇ ਦਿਨ ਵਿਆਹ ਸੀਗਾ, ਤਾਂ ਅਸੀਂ ਪਹਿਲਾਂ ਦੇ ਇੱਕ ਦਿਨ ਚਲੇ ਗਏ। ਅਤੇ ਜਦੋਂ ਮੈਨੂੰ ਪਤਾ ਲੱਗਾ ਫਲੋਰ ਆਣ ਕੇ ਵੀ ਇੱਦਾਂ ਵਾਪਰ ਗਿਆ ਭਾਣਾ, ਅਤੇ ਮੈਂ ਆਇਆ ਜਦੋਂ ਉੱਪਰ ਆਪਣੇ ਕਮਰੇ 'ਤੇ ਆਉਣ ਲੱਗਾ, ਮੈਨੂੰ 3-4 ਜਣੇ ਨੇ ਫੜ ਲਿਆ। ਅਤੇ ਮੈਨੂੰ ਕਹਿੰਦੇ, ਉਹਨਾਂ ਨੂੰ ਸੀਗਾ ਵੀ ਕਿਤੇ ਧੂਆਂ ਨਾ ਮਾਰੇ ਜਾਂ, ਅਤੇ ਉਹ ਮੈਂ ਕਿਹਾ ਯਾਰ ਛੱਡੋ ਪਰੇ, ਉਹ ਜੋ ਜਲ ਰਿਹਾ ਨਾ ਮੈਂ ਹੀ ਜਲ ਰਿਹਾ, ਉਹੀ ਮੈਂ ਹੀ ਹਾਂ। ਅੱਛਾ, ਮੈਨੂੰ ਇਹ ਨਾ ਇੱਕਦਮ ਨਾ ਆਪਣਾ ਇੱਕ ਸ਼ੇਰ ਯਾਦ ਆਇਆ ਸੀ, ਆਪਣੇ ਘਰ ਦੇ ਖੰਡਰ ਤੱਕ ਇਹ ਨਾ ਘਬਰਾ, ਹਿੰਮਤ ਕਰਕੇ ਇਹਨਾਂ ਨੂੰ ਆਬਾਦ ਕਰੀ। ਇਹ ਲਿਖੀ ਦਾ ਨਾ ਗਜ਼ਲ ਦਾ ਉਸਦਾ ਸ਼ੇਰ ਸੀਗਾ ਕਿ ਜਦੋਂ ਆਪਣੇ ਅੱਤਵਾਦ ਦਾ ਦੌਰ ਚੱਲ ਰਿਹਾ ਸੀਗਾ, ਉਸ ਵੇਲੇ ਲਿਖੀ ਸੀ। ਮੈਂ ਕਿਹਾ ਵੀ ਜਦੋਂ ਤੁਸੀਂ ਕਵਿਤਾ ਲਿਖਦੇ ਆ ਨਾ, ਹੋ ਸਕਦਾ ਤੁਹਾਨੂੰ ਇਹ ਕਵਿਤਾ ਹੰਡਾਉਣੀ ਵੀ ਪੈ ਜਾਵੇ ਔਰ ਤੁਹਾਨੂੰ ਕਵਿਤਾ ਢਾਰਸ ਵੀ ਦਊਗੀ। ਇਹ ਜਿਹੜੀਆਂ ਚੀਜ਼ਾਂ ਨਾ, ਜਦੋਂ ਇਹ ਤੁਸੀਂ
ਚਿੱਤੇਵਾਣੀ ਜੀ ਇਹਨਾਂ ਨੂੰ ਨਾ ਦੇਖੋਗੇ, ਕਿਤੇ ਇਕੱਲੇ ਬਹਿ ਕੇ ਦੇਖੋਗੇ, ਇਹ ਚੀਜ਼ਾਂ ਜਿਹੜੀਆਂ ਨਾ ਤੁਹਾਡੇ ਅੰਗ ਸੰਗ ਰਹਿੰਦੀਆਂ ਹੈਗੀਆਂ। ਜਦੋਂ ਇਹ ਅੰਗ ਸੰਗ ਰਹਿੰਦੀਆਂ ਤਾਂ ਫਿਰ ਤੁਹਾਨੂੰ ਡੋਲਣ ਨੂੰ ਨਹੀਂ ਦਿੰਦੇ। ਮੈਂ ਜਦੋਂ ਦੇਖਦਾ ਕਿ ਵੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਸਤੀ ਦਾਸ ਨੂੰ ਸ਼ਹੀਦ ਕੀਤਾ ਜਾ ਰਿਹਾ, ਉਹ ਡੋਲ ਨਹੀਂ ਰਿਹਾ। ਕਿਉਂ ਨਹੀਂ ਡੋਲ ਰਿਹਾ? ਉਹ ਇੱਕ ਤਰ੍ਹਾਂ ਦਾ ਡਰਾਇਆ ਜਾ ਰਿਹਾ ਵੀ ਆਹ ਹਸ਼ਰ ਹੋਣਾ, ਪਰ ਕਿਉਂ ਨਹੀਂ? ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਹੈ ਇੱਕ ਜਿਹੜੀ ਅਧਿਆਤਮਕ ਚੇਤਨਾ ਵੀ ਆਪਾਂ ਕਹਿ ਸਕਦੇ ਹਾਂ, ਇੱਕ ਜਿਹੜੀ ਇੱਕ ਗਿਆਨ ਦੀ ਚੇਤਨਾ ਹੈ ਉਹ ਵੀ ਉਹਨਾਂ ਦੇ ਅੰਦਰ ਹੈ। ਤੋ ਇਸ ਕਰਕੇ ਜਿਹੜਾ ਜਦੋਂ ਤੱਕ ਸਾਡੀ ਸੋਚ ਜਿਹੜੀ ਹੈ ਨਾ ਇਸ ਪਾਸੇ ਨੇ, ਔਰ ਡਾਕਟਰ ਅੰਬੇਡਕਰ ਤੋਂ ਵੱਡੀ ਤਾਂ ਮੈਨੂੰ ਦੁਨੀਆ 'ਚ ਕੋਈ ਮਿਸਾਲ ਨਹੀਂ ਲੱਗਦੀ ਕਿ ਜੇ ਉੱਦਾਂ ਦੇ ਅਸੀਂ ਕਿਤੇ ਬਣ ਸਕਦੇ। ਅੱਜ ਕਰੋੜਾਂ ਹੈਗੇ ਆ, ਨਿਰਸਵਾਰਥ ਉਹਨਾਂ ਨੇ ਜੇ ਚਾਹੁੰਦੇ ਤਾਂ ਬੜਾ ਕੁਝ ਬਣਾ ਸਕਦੇ ਸੀ, ਪਰ ਜਿਹੜੇ ਹੁਣ ਸਾਡੇ ਰਹਿਨੁਮਾ ਬਣਦੇ ਆ ਉਹ ਤਾਂ ਪਹਿਲਾਂ ਆਪਣੇ ਹੀ ਘਰ ਭਰਦੇ ਹੈਗੇ ਆ, ਫਿਰ ਬਾਅਦ ਦੀਆਂ ਗੱਲਾਂ ਬਾਅਦ 'ਚ ਕਰਦੇ ਆ। ਕਿਉਂਕਿ ਜਿੰਨਾ ਚਿਰ ਤੁਸੀਂ ਨਿੱਜ ਨਹੀਂ ਨਾ ਛੱਡਦੇ, ਕਿਉਂਕਿ ਨਿੱਜ ਦੇ ਨਾਲ ਸਾਰਾ ਕੁਝ ਵੱਜਿਆ, ਨਿੱਜ ਦੇ ਨਾਲ ਹੀ ਮੋਹ ਆ, ਨਿੱਜ ਦੇ ਨਾਲ ਹੀ ਲਾਲਚ ਹੈ, ਨਿੱਜ ਦੇ ਨਾਲ ਹੀ ਹੰਕਾਰ ਹੈ, ਪਤਾ ਨਹੀਂ ਕੀ ਕੀ ਜੁੜਿਆ ਹੈਗਾ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਤੁਹਾਨੂੰ ਅਸਲ ਵਿੱਚ ਲੋਕਾਂ ਦੇ ਨਏ ਵਿੱਚ ਵੀ ਵਿਚਰਦੇ ਆ, ਲੋਕਾਂ ਨਾਲ ਵਿਵਹਾਰ ਕਰਦੇ ਆ, ਲੋਕਾਂ ਦੇ ਸਰੋਕਾਰਾਂ ਨਾਲ ਜੁੜਦੇ ਆ, ਤਾਂ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਭੁੱਖ ਨਾਲੋਂ ਵੱਡਾ ਹੋਰ ਕੋਈ ਸਰੋਕਾਰ ਨਹੀਂ ਹੋ ਸਕਦਾ ਹੈਗਾ। ਅਤੇ ਇਸ ਕਰਕੇ ਮੈਂ ਮੁੜ ਕੇ ਫਿਰ ਉੱਥੇ ਆ ਗਿਆ ਕਿ ਵੀ ਇਹ ਭੁੱਖ ਦੀ ਲੜਾਈ ਜਿੰਨਾ ਚਿਰ ਹੈਗੀ ਹੈ, ਭਗਤ ਸਿੰਘ ਤਾਂ ਇਹ ਕਹਿੰਦਾ ਸੀ ਨਾ ਵੀ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ ਇਹ ਸੰਘਰਸ਼ ਜਾਰੀ ਰਹੇਗਾ। ਮੈਨੂੰ ਲੱਗਦਾ ਕਿ ਜਦੋਂ ਤੱਕ ਮਨੁੱਖ ਨੂੰ ਭੁੱਖਿਆ ਰੱਖਿਆ ਜਾਏਗਾ ਇਹ ਸੰਘਰਸ਼ ਕਦੇ ਖਤਮ ਨਹੀਂ ਹੋਏਗਾ। ਸੰਘਰਸ਼ ਉਦੋਂ ਹੀ ਖਤਮ ਹੋਊਗਾ ਜਦੋਂ ਮੈਨੂੰ ਲੱਗਦਾ ਬਾਬਾ ਰਵਿਦਾਸ ਜੀ ਦੇ ਕਹੇ ਹੁਣ ਬੇਗਮਪੁਰਾ ਸ਼ਹਿਰ ਕੋ ਨਾਉ ਵਾਲਾ ਜਿਹੜਾ ਹੈਗਾ ਇਹ ਸਾਡੇ ਲੋਕ ਸਮਝਣਗੇ ਜਾਂ ਸਾਡੇ ਹਾਕਮ ਸਮਝਣਗੇ। ਪਰ ਹਾਕਮਾਂ ਦਾ ਜਿਹੜਾ ਰਵੱਈਆ ਹੈਗਾ ਉਹ ਤਾਂ ਚਾਹੇ ਤੁਸੀਂ ਸਿਕੰਦਰ ਨੂੰ ਦੇਖ ਲਓ, ਚਾਹੇ ਤੁਸੀਂ ਲੋਧੀ ਨੂੰ ਦੇਖ ਲਓ, ਚਾਹੇ ਤੁਸੀਂ ਬਾਬਰ ਨੂੰ ਦੇਖ ਲਓ, ਚਾਹੇ ਔਰੰਗਜ਼ੇਬ ਨੂੰ ਦੇਖ ਲਓ, ਚਾਹੇ ਤੁਸੀਂ ਨਾਦਰ ਸ਼ਾਹ ਨੂੰ ਦੇਖ ਲਓ, ਚਾਹੇ ਤੁਸੀਂ ਅੰਗਰੇਜ਼ਾਂ ਵਾਲੇ ਹਾਕਮ ਦੇਖ ਲਓ, ਚਾਹੇ ਆਪਣੇ, ਇਹਨਾਂ ਦਾ ਖਾਸਾ ਤਾਂ ਇੱਕੋ ਹੀ ਹੈ। ਇਹ ਵੱਖਰੀ ਗੱਲ ਹੈ ਕਿ ਵੀ ਤੁਹਾਡਾ ਮੂੰਹ ਚੋਪੜ ਵੀ ਤੁਹਾਡੀਆਂ ਵੋਟਾਂ ਨਾਲ ਹੈਗਾ ਵੀ ਰਾਜੇ ਬਣੇ ਆ, ਤਾਂ ਕਾਨੂੰਨਾਂ ਦਾ ਅਧਿਕਾਰ ਹੈਗੇ ਆ। ਅਤੇ ਜਿੱਦਣ ਲੋਕ ਸਮਝ ਜਾਣਗੇ ਫਿਰ ਆਪੇ ਹੀ ਲੋਕ ਆਪਣਾ ਹੱਲ ਲੱਭ ਲੈਣਗੇ, ਕਿਉਂਕਿ ਹੱਲ ਲੋਕਾਂ ਕੋਲ ਆ। ਜੇ ਕਹੋ ਕਿ ਵੀ ਇਕੱਲੇ ਦੁਕੱਲੇ ਕੋਲ ਹੱਲ ਹੋਏਗਾ, ਕਿਉਂਕਿ ਅਸੀਂ ਜਿਹੜਾ ਨਾ ਸਾਡਾ ਇੱਕ ਇਹ ਭਰਮ ਤੋੜਨ ਦੀ ਵੀ ਲੋੜ ਆ, ਕਿਉਂਕਿ ਸਾਡੇ ਕੋਲ ਜਿਹੜਾ ਇਤਿਹਾਸ ਸਿੱਟਿਆ ਗਿਆ, ਮਿਥਿਹਾਸ ਸਿੱਟਿਆ ਗਿਆ ਨਾ, ਉਹਦੇ ਵਿੱਚ ਹੀਰੋਇਜ਼ਮ ਪੈਦਾ ਕੀਤਾ ਗਿਆ। ਤੁਸੀਂ ਇਹਨਾਂ ਜੇ ਤ੍ਰੇਤਾ ਯੁੱਗ ਦੇਖਦੇ ਆ ਤਾਂ ਕ੍ਰਿਸ਼ਨ ਆ ਜੀ ਸਾਰੇ ਦੁੱਖ ਕੱਟ ਦਊਗਾ, ਜਿਵੇਂ ਅੱਜ ਵੀ ਹੈ ਕਿ ਸਾਰੇ ਦੁੱਖਾਂ ਦਾ ਦਾਰੂ ਮੋਦੀ ਆ, ਹੋਰ ਕੋਈ ਨਹੀਂ ਹੈਗਾ। ਉੱਦਾਂ ਹੀ ਆ ਦੁਆਪਰ ਯੁੱਗ ਦੇ ਵਿੱਚ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਰਾਮ ਹੈਗਾ। ਅਤੇ ਇਹ ਜਿਹੜੇ ਹੈਗੇ ਆ ਵੱਖ-ਵੱਖ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਉਹਨੂੰ ਹੀਰੋਇਜ਼ਮ ਦਿੱਤਾ ਜਾ ਰਿਹਾ ਹੈ। ਸਾਡੀ ਜਿਹੜੀ ਪੰਜਾਬ ਦੀ ਹੈ ਨਾ ਖਾਸ ਤੌਰ 'ਤੇ ਚਾਰ ਸੂਰਮੇ ਹੈਗੇ, ਜਦੋਂ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਦੁੱਲਾ ਭੱਟੀ, ਸੁੱਚਾ ਸੂਰਮਾ, ਜਿਉਣਾ ਮੋੜ ਅਤੇ ਇੱਕ ਹੁਣ ਮੈਨੂੰ ਭੁੱਲ ਗਏ, ਇਹਨਾਂ ਨੂੰ ਜਦੋਂ ਤੁਸੀਂ ਦੇਖੋਗੇ ਇਹਨਾਂ ਦੀ ਲੜਾਈ ਜਿਹੜੀ ਆ ਉਹ ਭੁੱਖ ਦੇ ਖਿਲਾਫ ਆ। ਉਹਨਾਂ ਨੂੰ ਜਦੋਂ ਪੜ੍ਹਦੇ ਤਾਂ ਆਪਾਂ ਉਹਨਾਂ ਨੇ ਕਿਸੇ ਗਰੀਬ ਨੂੰ ਤਾਂ ਲੁੱਟਿਆ ਹੀ ਨਹੀਂ, ਉਹਨਾਂ ਨੇ ਤਾਂ ਉਹ ਜਿਹੜੇ ਸ਼ਾਹੂਕਾਰ ਆ ਉਹਨਾਂ ਨੂੰ ਲੁੱਟਿਆ ਜਾਂ ਜਿਹੜੇ ਸਰਕਾਰੀ ਖਜ਼ਾਨੇ ਲੁੱਟੇ ਹੈਗੇ। ਅਤੇ ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਲੁੱਟਣਾ ਪਾਪ ਵੀ ਨਹੀਂ ਸੀ, ਪਰ ਕਿਉਂਕਿ ਉਹਨਾਂ ਨੂੰ ਪੇਸ਼ ਇਸ ਤਰ੍ਹਾਂ ਕੀਤਾ ਗਿਆ। ਹੁਣ ਦੁੱਲਾ ਭੱਟੀ ਆ ਉਹ ਲੋਕ ਗਾਥਾਵਾਂ ਦੇ ਵਿੱਚ ਜੀਂਦਾ ਹੈਗਾ, ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਵਾਲਾ, ਇਹ ਜਿਹੜੀ ਚੀਜ਼ ਹੈ ਬਾਬਾ ਨਾਨਕ ਹੈ ਜਾਂ ਬਾਬਾ ਰਵਿਦਾਸ, ਇਹ ਲੋਕ ਮਾਨਸਿਕਤਾ ਦਾ ਹਿੱਸਾ ਬਣੇ ਆ। ਅਤੇ ਜੇ ਉਹ ਇਹ ਲੋਕ ਜਿੰਨਾ ਚਿਰ, ਕਿਉਂਕਿ ਅੱਜ ਵੀ ਜਿਹੜੇ ਗੀਤ ਹੈਗੇ ਆ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਗਈਆਂ, ਸੁਹਾਗ ਗਾਏ ਆ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਇੱਕ ਤਰ੍ਹਾਂ ਦਾ ਇਹ ਸੰਕੇਤ ਹੈ ਕਿ ਲੋਕ ਮਨਾਂ 'ਚ ਉਹ ਲੋਕ ਵਸਦੇ ਆ ਜਿਹੜੇ ਲੋਕਾਂ ਲਈ ਕੁਝ ਕਰਦੇ ਆ। ਮਨ ਲੱਗਦਾ ਤੁਸੀਂ ਦੇਖ ਲਓ ਕਿਸੇ ਰਾਜੇ ਦੀ ਕਬਰ ਦੇ ਉੱਤੇ ਜਾਂ ਉਹਦੀ ਜਿਹੜੀ ਸਮਾਧੀ ਹੈ ਕੋਈ ਦੀਵਾ ਜਗਾਉਣ ਨਹੀਂ ਜਾਂਦਾ ਉੱਥੇ। ਹਾਂ, ਰਾਜੇ ਜ਼ਰੂਰ ਜਾਣਗੇ, ਉਹ ਜੀ ਮੱਥਾ ਟੇਕਣ ਚਲੇ ਗਏ ਜੀ, ਉੱਤੇ ਫੁੱਲ ਚੜ੍ਹਾਉਣ ਚਲੇ ਗਏ। ਆਮ ਲੋਕ ਤਾਂ ਜਾਂਦਾ ਹੀ ਕੋਈ ਨਹੀਂ ਹੈਗਾ। ਆਮ ਲੋਕ ਤਾਂ ਫਕੀਰਾਂ ਦੀਆਂ ਦਰਗਾਹਾਂ 'ਤੇ ਘੁੰਮਦੇ। ਤਾਂ ਇਹ ਜਿਹੜੇ ਸਰੋਕਾਰ ਹੈਗੇ ਨਾ ਜ਼ਿੰਦਗੀ ਦੇ ਸਰੋਕਾਰਾਂ ਨਾਲ ਜੁੜੀ ਗੱਲ,
ਕਿਉਂਕਿ ਸਾਹਿਤਕਾਰ ਇਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਕਿ ਉਹ ਆਪਣੀ ਗੱਲ ਕਹਿਣ ਦਾ ਹੈਗਾ। ਕਿਉਂਕਿ ਮੈਂ ਤਾਂ ਇਹ ਗੱਲ ਕਹਿੰਦਾ ਕਿ ਵੀ ਬੋਲਣਾ ਹੀ ਜ਼ਿੰਦਗੀ ਹੈਗੀ ਹੈ, ਕੁਝ ਕਹਿਣਾ ਹੀ ਜ਼ਿੰਦਗੀ ਹੈਗੀ ਹੈ। ਜਿੰਨਾ ਚਿਰ ਲੋਕ ਕੁਝ ਕਹਿਣਗੇ, ਸਵਾਲ ਪੈਦਾ ਕਰਨਗੇ, ਕਿਉਂਕਿ ਜੇ ਸਵਾਲ ਹੀ ਨਹੀਂ ਕੋਈ ਪੈਦਾ ਕਰਦਾ, ਆ ਸਾਡੇ ਤੋਂ ਸਵਾਲ ਖੋਏ ਜਾ ਰਹੇ ਆ। ਬੇਰੁਜ਼ਗਾਰੀ ਕਿੱਥੇ ਹੈ? ਬੇਰੁਜ਼ਗਾਰੀ ਦੇ ਉੱਤੇ ਕੋਈ ਨਹੀਂ ਹੈਗਾ। ਤੁਹਾਡੀ ਪੜ੍ਹਾਈ ਕਿੱਥੇ ਹੈ? ਸਿਹਤ ਕਿੱਥੇ ਹੈ? ਕਿਉਂਕਿ ਆਮ ਤੌਰ 'ਤੇ ਜਦੋਂ ਮੈਨੂੰ ਸਵਾਲ ਇਹ ਕਰਿਆ ਜਾਂਦਾ ਨਾ ਕਿ ਲੋਕਤੰਤਰੀ ਸਰਕਾਰ ਦੇ ਕੀ ਕੰਮ ਹੁੰਦੇ ਆ, ਤਾਂ ਮੇਰਾ ਸਿੱਧਾ ਜਵਾਬ ਹੁੰਦਾ ਕਿ ਜਿਹੜੀ ਲੋਕਤੰਤਰੀ ਸਰਕਾਰ ਹੈ ਜਾਂ ਲੋਕਾਂ ਦੀ ਸਰਕਾਰ ਆ, ਜੇ ਸੱਚਮੁੱਚ ਉਹ ਲੋਕਾਂ ਲਈ ਹੈਗੀ ਆ, ਲੋਕਾਂ ਦੁਆਰਾ ਹੈਗੀ ਆ ਅਤੇ ਲੋਕਾਂ ਰਾਹੀਂ ਹੈਗੀ ਆ, ਤਾਂ ਫਿਰ ਉਹਨਾਂ ਦੇ 4 ਕੰਮ ਹੈਗੇ ਆ, ਸਿੱਖਿਆ, ਸਿਹਤ, ਸੁਰੱਖਿਆ ਅਤੇ ਰੁਜ਼ਗਾਰ। ਕਿਉਂਕਿ ਜੇ 4 ਦੇ ਦੇਣਗੇ ਤਾਂ ਫਿਰ ਕਿਸੇ ਰਾਜਨੇਤਾ ਨੂੰ ਆਪਣੇ ਨਾਲ ਅੰਗ ਰੱਖਿਅਕ ਰੱਖਣ ਦੀ ਵੀ ਲੋੜ ਨਹੀਂ ਪਊਗੀ। ਉਹਨਾਂ ਦੀ ਰਾਖੀ ਲੋਕ ਕਰਨਗੇ, ਕਿਉਂਕਿ ਜਦੋਂ ਇਹਨਾਂ ਨੇ ਉਹ ਕੰਮ ਹੀ ਨਹੀਂ ਕਰਨੇ, ਆਪੇ ਹੀ ਫਿਰ ਲੋਕ ਉਹਨਾਂ ਦੇ ਕਿਉਂਕਿ ਜਦੋਂ ਕਰਨੇ ਹੀ ਪੁੱਠੇ ਸਿੱਧੇ ਕੰਮ ਹੈ ਅਤੇ ਉਹ ਫਿਰ ਤਾਂ ਉਸ ਗੱਲ ਨੂੰ ਜਿਹੜਾ ਮੁਨਾਸਬ ਨਹੀਂ ਸਮਝਿਆ ਜਾਏਗਾ। ਲੋਕ ਲੜਦੇ ਰਹਿਣਗੇ, ਉਹਨਾਂ ਚਿਰ ਲੜਦੇ ਰਹਿਣਗੇ ਜਿੰਨਾ ਚਿਰ ਉਹਨਾਂ ਦੇ ਕੋਲ ਭੁੱਖ ਆ। ਕੁਝ ਸਮੇਂ ਲਈ ਸ਼ਾਂਤ ਹੋ ਜਾਣਗੇ, ਕਿਉਂਕਿ ਹੁਣ ਵੀ ਇਹਨਾਂ ਜਦੋਂ ਆਮ ਤੌਰ 'ਤੇ ਮੈਂ ਕਿਸਾਨੀ ਅੰਦੋਲਨ ਨਾਲ ਵੀ ਜਿੱਥੇ ਮੇਰਾ ਵਾਹ ਲੱਗਦਾ, ਮੈਂ ਸਿੰਘੂ ਬਾਰਡਰ 'ਤੇ ਵੀ ਬੋਲ ਕੇ ਆਇਆ। ਜਦੋਂ ਮੈਨੂੰ ਇਹ ਸਵਾਲ ਪੁੱਛਿਆ ਜਾਂਦਾ ਵੀ ਇਹ ਸੰਘਰਸ਼ ਕਦੋਂ ਮੁੱਕੂਗਾ, ਉਹ ਗੱਲ ਤਾਂ ਸਿੱਧੀ ਜਿਹੀ ਹੈ, ਕਿਉਂਕਿ ਦੋਨੇ ਹੀ ਧਿਰਾਂ ਜਿਹੜੀਆਂ ਅੜੀਆਂ, ਸਮਝੌਤਾ ਤਾਂ ਉੱਥੇ ਹੁੰਦਾ ਹੈ ਨਾ ਜਿੱਥੇ ਜਾਂ ਵਿਚੋਲਾ ਪਾ ਕੇ ਕੋਈ ਵੀ ਤੁਸੀਂ ਲੈਣ ਦੇਣ ਕਰ ਸਕਦੇ ਹੋਵੇ। ਅਤੇ ਉਹ ਹੁਣ ਸਿੱਧੀ ਜਿਹੀ ਗੱਲ ਹੈ ਵੀ ਜਾਂ ਭੁੱਖ ਰਹੂਗੀ ਤਾਂ ਜਾਂ ਲੋਕ ਰਹਿਣਗੇ, ਜਾਂ ਸਾਮਰਾਜਵਾਦ ਰਹੂਗਾ ਜਾਂ ਮਨੁੱਖ ਰਹਿਣਗੇ। ਜਦੋਂ ਲੜਾਈ ਇੱਥੇ ਆ ਗਈ ਆ, ਕਿਉਂਕਿ ਮੈਂ ਇੱਕ ਪੋਸਟ ਦੇ ਵਿੱਚ ਪਾਇਆ ਸੀ, ਮੈਂ ਕਿਹਾ ਵੀ ਜਿਨ੍ਹਾਂ ਨੂੰ ਲੱਗਦਾ ਨਾ ਵੀ ਨੋਟ ਬਹੁਤ ਜ਼ਿਆਦਾ ਪਾਵਰਫੁੱਲ ਹੁੰਦੇ ਆ, ਤਾਂ ਉਹਨਾਂ ਨੂੰ ਫਿਰ ਕਿਸਾਨਾਂ ਦਾ ਜਿਹੜਾ ਉਪਜਾਇਆ ਹੋਇਆ ਅੰਨ ਆ ਨਾ ਉਹ ਨਹੀਂ ਖਾਣਾ ਚਾਹੀਦਾ। ਉਹਨਾਂ ਨੂੰ ਸਿਰਫ ਨੋਟ 'ਤੇ ਨੋਟ ਖਾਣੇ ਚਾਹੀਦੇ ਆ, ਉਹਨਾਂ ਨੂੰ ਨੋਟ ਚੱਬਣੇ ਚਾਹੀਦੇ, ਜਾਂ ਉਹਨਾਂ ਨੂੰ ਸੋਨੇ ਦੇ ਸਿੱਕੇ ਖਾਣੇ ਚਾਹੀਦੇ ਆ। ਅਨਾਜ ਨੂੰ ਉਹਨਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਇਹ ਤਾਂ ਉਹਨਾਂ ਨੂੰ ਹੱਥ ਲਾਉਣਾ ਹੀ ਪਾਪ ਹੈ। ਕਿਉਂਕਿ ਜੇ ਉਹਨਾਂ ਨੂੰ ਸਮਝ ਇਹ ਨਹੀਂ ਹੈ ਵੀ ਜਿਹੜਾ ਪੇਟ ਆ, ਤੁਸੀਂ ਨੋਟਾਂ ਦੇ ਨਾਲ ਜਾਂ ਤੁਹਾਡੇ ਧਨ ਦੌਲਤ ਦੇ ਨਾਲ ਤੁਹਾਡੀ ਭੁੱਖ ਨਹੀਂ ਮਿਟਣ ਵਾਲੀ। ਭੁੱਖ ਤਾਂ ਤੁਹਾਡੀ ਅਨਾਜ ਨੇ ਹੀ ਮਿਟਾਉਣੀ ਹੈ, ਪਾਣੀ ਨਹੀਂ ਮਿਟਾਉਣੀ ਹੈ, ਹਵਾ ਨਹੀਂ ਹੈ। ਸਰੀਰ ਇਸ ਤਰ੍ਹਾਂ ਚੱਲਣਾ ਹੈਗਾ। ਨਹੀਂ, ਇਹ ਜਿਹੜਾ ਨਾ ਤੁਸੀਂ ਦੇਖੋ, ਮੈਂ ਜਦੋਂ ਨਾ ਕਿਸੇ ਵੀ ਖੇਤਰ 'ਚ ਗਿਆ, ਜਦੋਂ ਮੈਂ ਕਾਲਜ ਦੇ ਵਿੱਚ ਹੁੰਦਾ ਸੀ, ਕਿਉਂਕਿ ਬੰਦੇ ਦੀ ਸ਼ਖਸੀਅਤ 'ਤੇ ਜਿਵੇਂ ਤੁਸੀਂ ਦੱਸਿਆ ਕਈ ਪੱਖ ਹੈਗੇ ਆ, ਅਤੇ ਜਦੋਂ ਮੈਂ ਉੱਥੇ ਹਾਂ ਤਾਂ ਫਿਰ ਮੇਰੇ ਨਾਲ ਬਾਕੀ ਕੁਝ ਨਹੀਂ ਹੈਗਾ। ਫਿਰ ਮੈਂ ਉੱਥੇ ਅਧਿਆਪਕ ਹਾਂ, ਮੇਰੇ ਵਿਦਿਆਰਥੀ ਆ, ਮੇਰਾ ਦਫ਼ਤਰ ਦਾ ਕੰਮ ਕਾਜ ਆ, ਔਰ ਉਹ ਮੈਂ ਨਿਪਟਾਉਣਾ ਹੈਗਾ। ਜਦੋਂ ਮੈਂ ਘਰ ਦੇ ਵਿੱਚ ਹੈਗਾ ਅਤੇ ਘਰ ਦੇ ਵਿੱਚ ਮੈਨੂੰ ਇੰਨੀ ਕੁ ਖੁੱਲ੍ਹ ਹੈਗੀ ਆ ਕਿ ਮੈਂ ਆਪਣਾ ਕੰਮ ਕਾਰ ਜਿਹੜਾ ਹੈ ਨਾ ਉਹ ਸਹੀ ਢੰਗ ਦੇ ਨਾਲ ਵੀ ਆਪਣਾ ਪੜ੍ਹਨ ਪੜ੍ਹਾਉਣ ਦਾ ਜੋ ਕੰਮ ਹੈ ਉਹ ਕਰ ਸਕਾਂ। ਤੀਜੀ, ਜਦੋਂ ਮੈਂ ਕਵੀ ਦੇ ਤੌਰ 'ਤੇ ਹਾਂ ਤਾਂ ਉਹ ਇੱਕ ਸਥਿਤੀ ਵੱਖਰੀ ਹੈ। ਉਹਦੇ ਵਿੱਚ ਇਹ ਹੈ ਕਿ ਜਿਹੜੀ ਤੁਹਾਡੀ, ਕਿਉਂਕਿ ਕਵਿਤਾ ਜਿਹੜੀ ਹੈ ਮੇਰੇ ਲਈ ਨਾ ਤਾਂ ਇਹ ਆਕਾਸ਼ 'ਚੋਂ ਉਤਰੀ ਕੋਈ ਪਰੀ ਹੈਗੀ ਹੈ, ਅਤੇ ਨਾ ਹੀ ਕਵਿਤਾ ਮੇਰੇ ਲਈ ਇਹ ਹੈਗਾ ਕਿ ਵੀ ਇਹ ਮਹਿਬੂਬਾ ਦੇ ਨਾਲ ਗੱਲਾਂ ਕਰਨ ਦਾ ਕੋਈ ਵਸੀਲਾ ਹੈਗਾ। ਮੇਰੇ ਲਈ ਕਵਿਤਾ ਜਿਹੜੀ ਹੈਗੀ ਆ ਉਹ ਸਰੋਕਾਰਾਂ ਨਾਲ ਜੁੜਦੀ ਹੈਗੀ ਆ, ਜਿੱਥੇ ਉਹ ਸਰੋਕਾਰ ਮਨੁੱਖ ਦੇ ਅੰਦਰ ਵੰਡੀਆਂ ਪੈਦਾ ਕਰ ਰਹੇ। ਮੇਰਾ ਜਿਹੜਾ ਪਹਿਲਾ ਕਾਵਿ ਸੰਗ੍ਰਹਿ ਹੈ ਉਹਦਾ ਨਾਂ ਲਕੀਰਾਂ ਆ, ਤਾਂ ਮੈਂ ਜਿਹੜਾ ਉਹਦਾ ਜਿਹੜਾ ਸਮਰਪਣ ਆ ਉਹ ਮੈਂ ਇਸ ਤਰ੍ਹਾਂ ਲਿਖਿਆ ਸੀਗਾ। ਜੇ ਮੈਂ ਤਾਂ ਉਹ ਹੁਣ ਵੀ ਤੁਹਾਨੂੰ ਦੱਸਦਾ ਕਿ ਵੀ ਜਦੋਂ ਮੈਨੂੰ, ਕਿਉਂਕਿ ਸਵਾਲ ਤੁਹਾਨੂੰ ਤਾਂ ਹੀ ਆਉਣਗੇ ਕਿ ਉਹਨਾਂ ਲਕੀਰਾਂ ਦੇ ਖਿਲਾਫ ਜੋ ਸਾਡੇ ਦਿਲਾਂ ਵਿਚਕਾਰ ਹਨ, ਜੋ ਸਾਡੀਆਂ ਜਾਤਾਂ ਵਿਚਕਾਰ ਹਨ, ਜੋ ਸਾਡੇ ਮਜ਼ਹਬਾਂ ਵਿਚਕਾਰ ਹਨ, ਜੋ ਸਾਡੇ ਪ੍ਰਾਂਤਾਂ ਵਿਚਕਾਰ ਹਨ, ਜੋ ਸਾਡੇ ਦੇਸ਼ਾਂ ਵਿਚਕਾਰ ਹਨ। ਸਮਰਪਣ ਮੈਂ ਕੀਤਾ ਸੀ ਉਸ ਹਵਾ ਦੇ ਨਾਂ ਜੋ ਇਹਨਾਂ ਲਕੀਰਾਂ ਨੂੰ ਮਿਟਾਉਂਦੀ ਹੈਗੀ। ਹੁਣ ਇੱਥੇ ਜਿਹੜੇ ਹਵਾ ਦੇ ਅਰਥ ਬਹੁਤ ਹਵਾ ਜਿਹੜੀ ਸਧਾਰਨ ਹਵਾ ਵੀ ਹੈ,
ਉਹ ਕੋਈ ਸਰਹੱਦ ਨਹੀਂ ਦੇਖਦੀ ਹੈਗੀ। ਹਵਾ ਔਰਤ ਵੀ ਹੈਗੀ ਆ, ਹਵਾ ਖੁਸ਼ਬੂ ਵੀ ਹੈਗੀ ਆ, ਹਵਾ ਮਹਿਕ ਵੀ ਹੈਗੀ ਆ, ਅਤੇ ਇਹ ਕੋਈ ਹੈ ਨਾ ਸਰਹੱਦਾਂ ਨਹੀਂ ਦੇਖਦੀ। ਜੇ ਸੂਰਜ ਚੜ੍ਹਦਾ ਹੈਗਾ ਤਾਂ ਉਹ ਕੁੱਲੀਆਂ 'ਚ ਵੀ ਉਨਾ ਹੀ ਚੜ੍ਹਦਾ ਹੈਗਾ ਅਤੇ ਮਹਿਲਾਂ 'ਚ ਵੀ ਉਨਾ ਹੀ ਚੜ੍ਹਦਾ। ਚੰਦ ਚੜ੍ਹਦਾ ਹੈਗਾ ਉਹ ਬਰਾਬਰ। ਇਹ ਜਿਹੜੀ ਸਥਿਤੀ ਹੈ ਨਾ ਜਦੋਂ ਤੁਹਾਡੇ ਅੰਦਰ ਆ ਜਾਂਦੀ ਹੈ, ਅਚਨਚੇਤ ਨਹੀਂ ਆਉਂਦੀ ਹੈਗੀ। ਜਦੋਂ ਤੁਸੀਂ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੂੰ ਪੜ੍ਹਦੇ ਆ, ਪਿਛਲੇ ਮਹਾਂਪੁਰਖਾਂ ਨੂੰ ਪੜ੍ਹਦੇ ਆ, ਤਾਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਅਚੇਤ ਸੁਚੇਤ ਦੇ ਵਿੱਚ, ਸ਼ਾਇਰ ਲੁਧਿਆਣਵੀ ਨੇ ਤਾਂ ਸਿੱਧਾ ਹੀ ਲਿਖ ਦਿੱਤਾ ਸੀ ਕਿ ਉਹ ਕਹਿੰਦਾ ਵੀ ਜੋ ਮੈਨੂੰ ਸਮਾਜ ਦੇ ਰਿਹਾ ਮੈਂ ਉਹ ਵਾਪਸ ਕਰ ਰਿਹਾ ਹੈਗਾ। ਅਤੇ ਹਰ ਕਵੀ ਵੀ ਇਸੇ ਤਰ੍ਹਾਂ ਹੀ ਆ ਵੀ ਉਹਨੂੰ ਇਹ ਵੱਖਰੀ ਗੱਲ ਹੈ ਵੀ ਉਹਨੂੰ ਉਹ ਸਮਝਦਾ ਕਿਸ ਢੰਗ ਦੇ ਨਾਲ, ਕਿੰਨੀ ਕੁ ਗੰਭੀਰਤਾ ਨਾਲ ਸਮਝਦਾ ਹੈਗਾ, ਜਾਂ ਕਿੰਨਾ ਕੁ ਇਹ ਸਮਝਦਾ ਕਿ ਵੀ ਕਈ ਵਾਰੀ ਅਸੀਂ ਸਿਰਫ ਸ਼ੇਰ, ਮੈਂ ਤੁਹਾਨੂੰ ਇੱਕ ਇਹਨੂੰ ਹੋਰ ਇੱਕ ਸ਼ਿਵ ਨੂੰ ਅੱਜ ਤੱਕ ਵਿਛੋੜੇ ਦਾ ਕਵੀ ਕਹਿ ਰਿਹਾ, ਪਰ ਮੈਂ ਨਹੀਂ ਮੰਨ ਰਿਹਾ। ਮੈਂ ਉਹਦੇ ਇੱਕ ਸ਼ੇਰ 'ਤੇ ਅੜਿਆ ਹੋਇਆ, ਬੜੇ ਚਿਰ ਦਾ ਅੜਿਆ ਹੋਇਆ। ਗਮਾਂ ਦੀ ਰਾਤ ਲੰਮੀ ਹੈ, ਨਾ ਇਹ ਰਾਤ ਮੁੱਕਦੀ ਹੈ, ਨਾ ਮੇਰੇ ਗੀਤ ਮੁੱਕਦੇ ਆ। ਇਹਦੇ ਵਿੱਚ ਕੀ ਹੈ? ਇਹ ਵਿਛੋੜਾ ਹੈ, ਇਹ ਸੰਵਾਦ ਹੈ ਵੀ ਆਹ ਜਿਹੜੇ ਦੁੱਖ ਹੋਇਆ ਨਾ ਕਿ ਕਾਹਦੇ ਆ ਗਏ। ਔਰ ਉਹਦੀ ਇੱਕ ਕਿਤਾਬ ਸੀਗੀ ਅਲਵਿਦਾ, ਉਹਦੀ ਪਤਨੀ ਨੇ ਉਹਦੇ ਮਰਨ ਤੋਂ ਬਾਅਦ ਉਹ ਸੰਪਾਦਿਤ ਕੀਤੀ ਸੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ ਛਾਪੀ ਸੀ। ਉਹਦਾ ਨਾਂ ਸੀ ਅਲਵਿਦਾ। ਉਹ ਕਿਤਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਸੰਬੰਧ ਦੇ ਵਿੱਚ ਇੰਨੀ ਖੂਬਸੂਰਤ ਕਵਿਤਾ ਸੀ, ਉਹਦਾ ਜ਼ਿਕਰ ਹੀ ਨਹੀਂ ਕਰ ਰਿਹਾ ਕੋਈ। ਇਹ ਜਿਹੜੀਆਂ ਚੀਜ਼ਾਂ ਹੈ ਨਾ, ਕਿਉਂਕਿ ਸਾਡੀ ਸਮਝ ਵੀ, ਅਸੀਂ ਸਾਰਾ ਕੁਝ ਤਾਂ ਜਾਣ ਨਹੀਂ ਸਕਦੇ, ਅਤੇ ਜੇ ਨਹੀਂ ਜਾਣ ਸਕਦੇ ਤਾਂ ਫਿਰ ਅਸੀਂ ਇਹ ਦਾਅਵਾ ਵੀ ਨਹੀਂ ਕਰ ਸਕਦੇ ਕਿ ਵੀ ਜਿਹੜਾ ਹੈਗਾ ਕਿ ਅਸੀਂ ਸਭ ਕੁਝ ਜਾਣ ਲਿਆ ਹੈਗਾ, ਕਿਉਂਕਿ ਇਹ ਤਾਂ ਇੱਕ ਕਲੈਕਟਿਵ ਜਾਂ ਇਹਨੂੰ ਜਿਹੜੀ ਸਮੂਹਕ ਭਾਵਨਾ ਹੈਗੀ ਹੈ ਜਿਹੜੀ ਪੇਸ਼ ਹੋ ਰਹੀ ਹੈਗੀ ਹੈ। ਔਰ ਉਹਦੇ ਵਿੱਚ ਕਵੀ ਨੂੰ ਅਤੇ ਵਿਚਾਰਧਾਰਾ ਨੂੰ ਮੇਰੇ ਹਿਸਾਬ ਨਾਲ ਤਾਂ ਵੱਖ ਕੀਤਾ ਨਹੀਂ ਜਾ ਸਕਦਾ। ਹਾਂ, ਇੰਨਾ ਹੈਗਾ ਕਿ ਤੁਸੀਂ ਆਪਣੇ ਕੰਮਾਂ ਦੇ ਖੇਤਰ ਜਿਹੜੇ ਆ ਉਹਨਾਂ ਲਈ ਸਮਾਂ ਨਿਸ਼ਚਿਤ ਕਰ ਸਕਦੇ ਆ, ਕਿਉਂਕਿ ਮੇਰੀ ਤਾਂ ਆਦਤ ਰਹੀ ਹੈ, ਜਦੋਂ ਮੈਂ ਹੁਣ ਸੁਭਾਵਾਂ ਦੇ ਵਿੱਚ ਵੀ ਸਾਡੇ ਬੜੇ ਬਖੇੜੇ ਕੱਢ ਜਾਂਦੇ ਆ, ਮੇਰੀ ਇਹ ਆਦਤ ਹੁੰਦੀ ਹੈ ਕਿ ਜਿਹੜੀ ਗੱਲ ਮੈਂ ਜਿੱਥੇ ਹੈ ਨਾ ਛੱਡੀ ਹੈ ਉਹ ਉੱਥੇ ਹੀ ਹੈ। ਜੇ ਮੈਂ ਦਫ਼ਤਰ 'ਚ ਮੇਰੀ ਗੱਲਬਾਤ ਦਫ਼ਤਰ ਦੇ ਢੰਗ ਨਾਲ ਹੋਊਗੀ, ਅਤੇ ਜੇ ਮੈਂ ਸੁਭਾਵਾਂ 'ਚ ਕੰਮ ਕਰ ਰਿਹਾ ਤਾਂ ਮੇਰੀ ਗੱਲਬਾਤ ਜਿਹੜੀ ਹੈ, ਕਈ ਵਾਰੀ ਲੋਕ ਮੈਨੂੰ ਸਮਝਣ ਦੇ ਵਿੱਚ ਵੀ ਭੁਲੇਖਾ ਖਾ ਜਾਂਦੇ ਆ, ਕਿਉਂਕਿ ਉਹ ਇਸੇ ਕਰਕੇ ਕਿ ਮੈਂ ਕਦੇ ਵੀ ਇਸ ਗੱਲ ਨੂੰ ਆਪਣੇ ਨਿੱਜ ਦੇ ਨਾਲ ਜੋੜ ਕੇ ਨਹੀਂ ਦੇਖਿਆ। ਤੁਹਾਡਾ ਨਿੱਜ ਵੱਖਰਾ ਹੋ ਸਕਦਾ ਹੈਗਾ, ਪਰ ਜਿੱਥੇ ਸਮੂਹ ਆ ਉੱਥੇ ਜਿਹੜੀ ਹੈ, ਕਿਉਂਕਿ ਇਹ ਇਸ ਗੱਲ ਨੂੰ ਮੈਂ ਭਗਤ ਸਿੰਘ ਦੀ ਇੱਕ ਹੋਰ ਮਿਸਾਲ ਨਾਲ ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਮਿਸਟਰ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਜਾ ਰਿਹਾ ਸੀ ਪਾਰਟੀ ਦੇ ਵਿੱਚ, ਤਾਂ ਭਗਤ ਸਿੰਘ ਦੇ ਖਿਲਾਫ ਸੀ। ਭਗਤ ਸਿੰਘ ਦੇ ਖਿਲਾਫ ਸੀ। ਉਹਨੇ ਇਹ ਗੱਲ ਕਹੀ ਵੀ ਹੈ ਕਿ ਅਸੀਂ ਦਹਿਸ਼ਤਗਰਦ ਨਹੀਂ, ਅਸੀਂ ਇਨਕਲਾਬੀ ਹਾਂ। ਜੇ ਕੋਈ ਕਾਰਾ ਕਰਨਾ ਪੈਂਦਾ ਤਾਂ ਉਹ ਸਾਡੀ ਮਜਬੂਰੀ ਹੈਗੀ ਹੈ। ਤਾਂ ਉਹਦੇ ਵਿੱਚ ਜਦੋਂ ਫੈਸਲਾ ਹੋ ਗਿਆ, ਫੈਸਲਾ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਆਪਣਾ ਨਾਂ ਦੇ ਰਿਹਾ, ਉਹਨੂੰ ਫੇਸਵਾਲ ਕਮੇਟੀ 'ਚ ਪੁੱਛਿਆ ਰਿਹਾ ਵੀ ਪਹਿਲਾਂ ਵਿਰੋਧ 'ਚ, ਉਹ ਕਹਿੰਦਾ ਉਦੋਂ ਫੈਸਲਾ ਮੇਰਾ ਨਿੱਜੀ ਸੀ, ਉਹ ਮੇਰੀ ਨਿੱਜੀ ਰਾਏ ਸੀ। ਹੁਣ ਫੈਸਲਾ ਹੋ ਗਿਆ, ਹੁਣ ਪਾਰਟੀ ਜਿਹੜੀ, ਮੈਂ ਪਾਰਟੀ ਦਾ ਸਿਪਾਹੀ ਹਾਂ ਤਾਂ ਇਹ ਮੈਨੂੰ ਪਾਰਟੀ ਦਾ ਹੁਕਮ ਮੰਨਣਾ ਚਾਹੀਦਾ। ਜੇ ਅੱਜ ਤੱਕ ਪਾਰਟੀਆਂ ਵਿੱਚ ਕੰਮ ਕਰਦੇ ਨੇਤਾਵਾਂ ਲੋਕਾਂ ਨੂੰ ਇਹ ਗੱਲ ਸਮਝ ਆ ਜਾਂਦੀ, ਅੱਜ ਇਹ ਸਥਿਤੀ ਨਹੀਂ ਸੀ ਆਉਣੀ। ਅਸੀਂ ਉੱਥੇ ਵੀ ਆਪਣਾ ਨਿੱਜ ਅਤੇ ਆਪਣਾ ਸਮੂਹ ਵੱਖ ਨਹੀਂ ਕਰ ਸਕਦੇ। ਤੁਹਾਡਾ ਸਵਾਲ ਬਹੁਤ ਵਧੀਆ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਨਿੱਜ ਨੂੰ ਆਪਣੇ ਸਮੂਹ ਦੇ ਉੱਤੇ ਭਾਰੂ ਨਾ ਹੋਣ ਦਿਆਂ, ਕਿ ਜਿੱਥੇ ਵੀ ਲੱਗਦਾ ਹੈਗਾ ਕਿ ਮੈਨੂੰ, ਜੇ ਮੈਂ ਕਵਿਤਾ ਵੀ ਤੁਸੀਂ ਮੇਰੀ ਸਾਰੀ ਪੜ੍ਹ ਕੇ ਦੇਖ ਲਿਓ ਕਿ ਮੈਂ ਕਦੇ ਵੀ ਉਹਦੇ ਵਿੱਚ ਡਾਕਟਰ ਕੁਲਦੀਪ ਧੀਰ ਹੋਏ ਹੈਗੇ ਆ, ਉਹਨਾਂ ਨੇ ਲਕੀਰਾਂ ਦਾ ਨਾ ਰਿਵਿਊ ਕੀਤਾ ਸੀ ਇਹਦੇ ਵਿੱਚ, ਬਾਅਦ 'ਚ ਮੈਨੂੰ ਮਿਲਿਆ ਸੀ। ਉਹ ਕਹਿੰਦਾ ਸੀ ਇਸ ਨੇ ਇਹ ਨਾ ਸਮਝੋ ਵੀ ਸੰਧੂ ਬਰਿਆਣਵੀ ਦੀਆਂ ਕਵਿਤਾਵਾਂ ਕੋਈ ਪਿਆਰ ਦੀਆਂ ਕਵਿਤਾਵਾਂ, ਇਹ ਪਿਆਰ ਦੀਆਂ ਕਵਿਤਾਵਾਂ ਨਹੀਂ ਹੈਗੀਆਂ। ਇਹ ਸਮਾਜ ਦੇ ਵਿੱਚ ਜਿਹੜੀ ਫੈਲੀ ਹੋਈ ਊਚ ਨੀਚਤਾ ਦੀਆਂ ਨਾ, ਇਹ ਉਹਨਾਂ ਦੇ ਸੰਬੰਧ ਦੇ ਵਿੱਚ ਕਵਿਤਾਵਾਂ, ਕਿਉਂਕਿ ਕਵਿਤਾ ਦੇ ਵਿੱਚ ਤੁਹਾਨੂੰ ਪਾਤਰ ਘੜਨੇ ਪੈਂਦੇ ਆ।
ਤੁਸੀਂ ਜਦੋਂ ਤੁਸੀਂ ਪਾਤਰਾਂ ਰਾਹੀਂ ਗੱਲ ਕਰਦੇ, ਆਪਣੀ ਗੱਲ ਨਹੀਂ ਕਰਦੇ ਹੈਗੇ। ਉਹ ਪਾਤਰ ਤੁਹਾਡਾ ਨਿੱਜ ਵੀ ਹੋ ਸਕਦਾ ਹੈਗਾ, ਉਹ ਪਾਤਰ ਤੁਹਾਡਾ ਨਾ ਦੂਰ ਬੈਠਾ ਕੋਈ ਬੰਦਾ ਵੀ ਹੋ ਸਕਦਾ ਹੈਗਾ, ਤੁਹਾਡੀਆਂ ਸੁਣੀਆਂ ਸੁਣਾਈਆਂ ਗੱਲਾਂ ਵੀ ਹੋ ਸਕਦੀਆਂ ਹੈਗੀਆਂ। ਤਾਂ ਇਸ ਕਰਕੇ ਜਦੋਂ ਅਸੀਂ ਹੈ ਨਾ ਕਿਸੇ ਵੀ ਕਵਿਤਾ ਨੂੰ, ਹੁਣ ਤੁਸੀਂ ਦੇਖਿਆ ਹੁਣ ਮੈਂ ਰਿਵਿਊ ਕਰਦਾ ਹੈਗਾ, ਮੈਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ। ਮੈਂ ਦੇਖਦਾ ਵੀ ਉਹ ਕਹਿਣਾ ਕੀ ਚਾਹ ਰਿਹਾ ਹੈਗਾ, ਕਿਉਂਕਿ ਕਹਿਣ ਦੇ ਅੰਦਾਜ਼ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ ਹੈਗਾ। ਤੁਸੀਂ ਕੀ ਹੈਗੇ ਆ ਇਹਦੇ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਰਹਿੰਦਾ, ਕੋਈ ਇਹਦਾ ਸੰਬੰਧ ਨਹੀਂ ਹੈਗਾ। ਤਾਂ ਮੈਨੂੰ ਲੱਗਦਾ ਕਿ ਵੀ ਜੇ ਅਸੀਂ ਸਾਡੀ ਸੋਚ ਇੱਥੋਂ ਤੱਕ, ਮੇਰੇ ਨਾਲ ਬਹੁਤ ਸਾਰੇ ਲੋਕਾਂ ਦੇ ਮਤਭੇਦ ਹੋਣਗੇ। ਅਸੀਂ ਸੰਸਥਾਵਾਂ 'ਚ ਕੰਮ ਕਰ ਰਹੇ, 2 ਸਾਡੀਆਂ ਸੰਸਥਾਵਾਂ ਹੈਗੀਆਂ, ਕੇਂਦਰੀ ਪੰਜਾਬੀ ਲੇਖਕ ਸਭਾ ਹੈਗੀ ਹੈ, ਕੇਂਦਰੀ ਪੰਜਾਬੀ ਲੇਖਕ ਸਭਾ ਹੈਗੀ ਹੈ, ਸਾਹਿਤ ਅਕੈਡਮੀ ਲੁਧਿਆਣਾ ਹੈਗੀ ਹੈ। ਹੋ ਸਕਦੇ ਆ ਉਹਨਾਂ ਦੇ ਵਿੱਚ ਬੈਠਣ ਦਾ, ਸਾਡੇ ਵਿਚਾਰਾਂ ਦੇ ਵਿੱਚ ਫ਼ਰਕ ਹੋ ਸਕਦਾ ਹੈਗਾ, ਪਰ ਲੜਾਈ ਸਾਰਿਆਂ ਦੀ ਇੱਕ ਹੈਗੀ ਆ। ਮੈਂ ਉਹਨਾਂ ਨੂੰ ਇਸ ਜਦੋਂ ਵੀ ਹੁੰਦੀ ਹੈ ਗੱਲ, ਤਾਂ ਮੈਂ ਕਹਿਣਾ ਹੈਗਾ ਕਿ ਸਾਨੂੰ ਇੱਕ ਮਸਲੇ ਦੇ ਉੱਤੇ ਸਾਡੀ ਜਿਹੜੀ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਰਾਜਨੀਤੀ ਦਾ ਕੰਮ ਵੰਡਣਾ ਹੈਗਾ, ਸਾਡਾ ਕੰਮ ਜੋੜਨਾ ਹੈਗਾ, ਅਤੇ ਜੋੜਨਾ ਅਤੇ ਵੰਡਣ ਦੇ ਵਿੱਚ ਬਹੁਤ ਅੰਤਰ ਹੈਗਾ। ਨਹੀਂ, ਪਬਲਿਸ਼ਰ ਦਾ ਤਾਂ ਜਿਹੜਾ ਹਮੇਸ਼ਾ ਮੰਤਵ ਇਹ ਰਹੂਗਾ ਕਿ ਉਹ ਤਾਂ ਮੁਨਾਫਾ ਹੈ। ਅਸਲ ਵਿੱਚ ਸਾਡੀ ਸਥਿਤੀ ਇਹ ਬਣ ਗਈ ਹੈਗੀ ਆ ਕਿ ਅਸੀਂ ਜਿਹੜੇ ਆ ਲੇਖਕ ਵੀ ਉਹਦੇ ਲਈ ਜ਼ਿੰਮੇਵਾਰ ਹੈਗੇ ਆ। ਚੰਗੀਆਂ ਕਿਤਾਬਾਂ ਅੱਜ ਵੀ ਵਿਕਦੀਆਂ ਹੈਗੀਆਂ। 2 ਗੱਲਾਂ ਹੈਗੀਆਂ ਨਾ ਕਿ ਪ੍ਰਕਾਸ਼ਕ, ਕਿਉਂਕਿ ਫਿਰ ਗੱਲ ਭੁੱਖ 'ਤੇ ਆ ਜਿਹੜੀ, ਕਿਉਂਕਿ ਹਰ ਬੰਦੇ ਨੂੰ ਰੁਜ਼ਗਾਰ ਚਾਹੀਦਾ, ਕਿਉਂਕਿ ਰੁਜ਼ਗਾਰ ਤੋਂ ਬਗੈਰ, ਕਿਉਂਕਿ ਜੇ ਕਿਤਾਬਾਂ ਵਿਕਣਗੀਆਂ ਤਦ ਹੀ ਉਹਦਾ ਰੁਜ਼ਗਾਰ ਬਣੇਗਾ ਨਾ। ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਕਿਤਾਬਾਂ ਮੈਂ ਸਮਝਦਾ ਕਿ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਨਾਲ ਜੁੜੀਆਂ ਹੋਈਆਂ, ਉਹ ਕਿਤਾਬਾਂ ਅੱਜ ਵੀ ਵਿਕਦੀਆਂ। ਅਤੇ ਜਿਹੜੀਆਂ ਕਿਤਾਬਾਂ ਕਈ ਜਿੱਦਾਂ ਹੁਣ ਕਵੀ ਹੈਗੇ ਬਹੁਤੇ, ਮੈਨੂੰ ਨਹੀਂ ਪਤਾ ਕਿ ਵੀ ਇਹ ਵਰਤਾਰਾ ਕਿਵੇਂ ਵਾਪਰ ਗਿਆ, ਕਿਉਂਕਿ ਆਮ ਤੌਰ 'ਤੇ ਜਿਹੜੀ ਸਾਡੀ ਪ੍ਰਕਾਸ਼ਨਾ ਨਾ ਹੁਣ 200 ਤੱਕ ਆ ਗਈ ਹੈ। ਮੇਰਾ ਲਕੀਰਾਂ ਦਾ ਜਦੋਂ ਪਹਿਲਾ ਐਡੀਸ਼ਨ ਛਪਿਆ ਤਾਂ 2100 ਛਪਿਆ ਸੀ, ਔਰ 500 ਕਿਤਾਬ ਉਹਦੇ ਵਿੱਚੋਂ ਭਾਜੀ ਗੁਰਸ਼ਰਨ ਨੇ ਵੇਚੀ ਸੀ। 8 ਰੁਪਏ ਦੇ ਹਿਸਾਬ ਨਾਲ ਮੈਨੂੰ ਪੈਸੇ ਦਿੱਤੇ, ਅਤੇ ਉਹਦੇ 4-5 ਐਡੀਸ਼ਨ ਆਏ। ਉਸ ਤੋਂ ਬਾਅਦ ਮੈਂ ਅਲਵਿਦਾ ਤੱਕ ਲਿਖੀ, 3 ਐਡੀਸ਼ਨ ਉਹਦੇ ਆ ਗਏ। ਇੱਕ ਉਹਦਾ ਅਸੀਂ CD ਐਡੀਸ਼ਨ ਵੀ ਕੱਢਿਆ, ਇੱਕ ਦੋਨਾਂ ਦਾ। ਉਹਦਾ ਕਾਰਨ ਇਹ ਹੈ ਕਿ ਜੇ ਇੱਕ ਤਾਂ ਕਿਤਾਬਾਂ ਦਾ ਮੁੱਲ ਜੇ ਤੁਸੀਂ ਜ਼ਿਆਦਾ ਛਾਪਦੇ ਆ ਤਾਂ ਉਹਦਾ ਮੁੱਲ ਘਟਦਾ ਹੈ। ਜੇ ਮੰਨ ਲਓ ਇੱਕ ਕਿਤਾਬ ਤੁਸੀਂ 200 ਕੱਢੀ, ਉਹਦਾ 25000 ਰੁਪਈਆ ਖਰਚਾ ਆ ਗਿਆ, ਤਾਂ ਤੁਹਾਨੂੰ 125 ਰੁਪਏ 'ਚ ਪਈ ਤੁਸੀਂ 250-300 ਦੀ ਵੇਚੋਗੇ ਨਾ, ਤਾਂ 250-300 ਦੀ ਕਿਤਾਬ ਦੇ ਕੇ ਪਾਠਕ ਨੂੰ ਹੀ ਛੱਡ ਜਾਂਦਾ। ਜੇ ਉਹੀ ਕਿਤਾਬ ਜੇ ਉਹਨੂੰ 20 ਜਾਂ 30 ਰੁਪਏ 'ਚ ਮਿਲਦੀ ਹੋਵੇ, ਉਹ ਕਦੇ ਨਹੀਂ ਛੱਡੂਗਾ। ਜਸਵੀਰ ਬੇਗਮਪੁਰੀ ਦਾ ਮੈਂ ਜ਼ਿਕਰ ਕਰੂੰਗਾ, ਮੈਨੂੰ ਅਕਸਰ ਇਹ ਕਹਿੰਦਾ ਹੁੰਦਾ, ਕਹਿੰਦਾ ਜਦੋਂ ਅਸੀਂ 20-30 ਰੁਪਏ ਵਾਲੀ ਸੇਲ ਕਰਦੇ ਹਾਂ ਨਾ, ਤਾਂ ਸਾਡੀਆਂ ਕਿਤਾਬਾਂ ਵਿਕ ਜਾਂਦੀਆਂ। ਅਤੇ ਇਹ ਹਾਲ ਹੈਗਾ ਕਿ ਇੱਕ ਤਾਂ ਸਾਡੇ ਇਹ ਹੈ ਕਿ ਅਸੀਂ ਉੱਦਾਂ ਦਾ ਜਿਹੜਾ ਵਰਗ ਹੈ, ਜਿਵੇਂ ਮਰਾਠੀ ਦੇ ਵਿੱਚ ਹੈਗਾ ਜਾਂ ਬੰਗਾਲੀ ਦੇ ਵਿੱਚ ਹੈਗਾ, ਬਾਕੀ ਜਿਹੜੀਆਂ ਖਾਸ ਤੌਰ 'ਤੇ ਦੱਖਣ ਦੀਆਂ ਜਿੰਨੀਆਂ ਭਾਸ਼ਾਵਾਂ ਹੈਗੀਆਂ, ਉਹਨਾਂ ਦੇ ਵਿੱਚ ਕਿਤਾਬਾਂ ਬਹੁਤ ਵੱਡੀ ਗਿਣਤੀ 'ਚ ਛਪਦੀਆਂ ਹੈਗੀਆਂ, ਲੋਕ ਪੜ੍ਹਦੇ ਹੈਗੇ। ਕੇਰਲਾ ਦਾ ਤਾਂ ਜਿਹੜਾ ਅੰਕੜਾ ਸਾਨੂੰ ਸਾਰਿਆਂ ਨੂੰ ਪਤਾ ਕਿ ਸਭ ਤੋਂ ਉੱਪਰ ਹੈਗਾ, ਔਰ ਉਹਦੀ ਸਭ ਤੋਂ ਵੱਡੀ ਮਿਸਾਲ ਹੈਗੀ ਆ ਜਿਹੜਾ ਆਪਣਾ ਚਾਂਦਨੀ ਚੌਂਕ ਨਹੀਂ ਹੈਗਾ, ਉੱਥੇ ਤਾਂ ਦੁਕਾਨਾਂ ਲੱਗਦੀਆਂ, ਔਰ ਉੱਥੇ ਦੁਕਾਨਾਂ ਦੇ ਉੱਤੇ ਅਖਬਾਰਾਂ ਰਸਾਲੇ ਪਏ ਹੋਣਗੇ, ਜਿਹੜੇ ਲੋਕ ਆਉਂਦੇ ਆ ਉਹ ਨਾਲ ਲੈ ਕੇ ਜਾਂਦੇ। ਸਾਡੇ ਪੰਜਾਬੀਆਂ ਦੇ ਵਿੱਚ ਲੜਨ ਦੀ ਤਾਂ ਪ੍ਰਵਿਰਤੀ ਬਥੇਰੀ ਹੈ, ਪਰ ਪੜ੍ਹਨ ਦੀ ਨਹੀਂ ਹੈਗੀ। ਸੁਣਨ ਦੀ ਵੀ ਹੈਗੀ ਹੈ ਥੋੜ੍ਹੀ ਬਹੁਤੀ, ਪਰ ਪੜ੍ਹਨ ਦੀ ਨਹੀਂ ਹੈਗੀ। ਕਿਉਂਕਿ ਜੇ ਅਸੀਂ ਸਿਆਣੇ ਹੋਣਾ ਤਾਂ ਸਾਨੂੰ ਪੜ੍ਹਨਾ ਪਊਗਾ, ਸਾਨੂੰ ਇੱਕ ਦੂਜੇ ਨੂੰ ਮਾਣ ਸਤਿਕਾਰ ਦੇਣਾ ਪਊਗਾ। ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਕਿਤਾਬਾਂ ਜਿਹੜੀਆਂ ਹੈਗੀਆਂ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ ਬਣ ਸਕੀਆਂ, ਕਿਉਂਕਿ ਇਹ ਹਾਲੇ ਵੱਡੀ ਲੋੜ ਹੈਗੀ ਆ। ਇਸ ਕਰਕੇ ਸਾਨੂੰ ਇਸ ਪਾਸੇ ਵੱਲ ਆਉਣਾ ਚਾਹੀਦਾ ਹੈਗਾ। ਨਵੀਂ ਪੀੜ੍ਹੀ ਦਾ ਤਾਂ ਸਾਨੂੰ ਹੋਰ ਖਤਰਾ ਹੋ ਗਿਆ ਕਿ ਉਹ ਮੋਬਾਈਲ ਨਾਲ ਜੁੜੀ ਜਾ ਰਹੀ ਹੈਗੀ ਆ। ਉਹਦੇ ਉੱਤੇ ਜਿਸ ਤਰ੍ਹਾਂ ਹੈਗਾ ਇੰਟਰਨੈਟ ਰਾਹੀਂ ਕਿਤਾਬਾਂ ਆ ਰਹੀਆਂ, ਪੜ੍ਹ ਰਹੇ ਹੈਗੇ ਆ, ਕਿਉਂਕਿ ਜਿਹੜੀ ਸਾਮਰਾਜੀਆਂ ਦੀ ਚਾਲ ਹੈ ਉਹ ਬੰਦੇ ਨੂੰ ਸ਼ਬਦ ਨਾਲੋਂ ਤੋੜਨ ਦੀ ਹੈ।
ਤੇ ਸ਼ਬਦ ਨਾਲੋਂ ਜਿੱਦਣ ਬੰਦਾ ਟੁੱਟ ਗਿਆ, ਜਿਵੇਂ ਕਹਿੰਦੇ ਆ ਕਿ ਵੀ ਜੇ ਟਾਹਣੀਆਂ ਨੂੰ ਜੜ੍ਹਾਂ ਨਾਲ ਤੋੜੋ, ਤਣੇ ਨੂੰ ਜੜ੍ਹਾਂ ਨਾਲ ਕੱਢ ਦਿਓ ਤਾਂ ਤਣਾ ਆਪੇ ਡਿੱਗ ਪੈਣਾ ਹੈਗਾ। ਪਰ ਇਹ ਸਥਿਤੀ ਨਹੀਂ ਆਊਗੀ, ਲੋਕ ਮੁੜਨਗੇ। ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹਨੇ ਲੋਕਾਂ ਨੂੰ ਬਹੁਤ ਪੜ੍ਹਨ ਲਾਇਆ ਹੈਗਾ। ਮੇਰੇ ਕੋਲ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਕਿਸਾਨੀ ਸੰਘਰਸ਼ ਦੇ ਨਾਲ 5-6 ਕਿਤਾਬਾਂ ਆਈਆਂ ਹੈਗੀਆਂ ਰਿਵਿਊ ਦੇ ਲਈ। ਅਤੇ ਇਹਦਾ ਇਸ ਕਰਕੇ ਨਾ ਸਾਨੂੰ ਨਿਰਾਸ਼ਾ 'ਚ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬੀ ਪਹਿਲਾਂ ਤਾਂ ਜਿਹੜਾ ਸੀ ਉਹ ਖਾਓ ਪੀਓ ਐਸ਼ ਕਰੋ ਮਿੱਤਰੋ ਵਾਲੀ ਸਥਿਤੀ 'ਤੇ ਰਹੇ ਆ, ਕਿਉਂਕਿ ਇੱਥੇ ਲੁਟੇਰੇ ਆਉਂਦੇ ਰਹੇ, ਲੁੱਟ ਕੇ ਲਿਜਾਂਦੇ ਰਹੇ। ਸਾਡੀ ਅਖਾਣ ਵੀ ਇੱਕ ਬੜੀ ਪ੍ਰਸਿੱਧ ਹੁੰਦੀ ਸੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ। ਤਾਂ ਇਹ ਕਿਉਂਕਿ ਅਸੀਂ ਇਤਿਹਾਸ ਸਿਰਜਿਆ ਤਾਂ ਬਹੁਤ ਹੈ, ਪਰ ਅਸੀਂ ਇਤਿਹਾਸ ਨੂੰ ਸੰਭਾਲਿਆ ਨਹੀਂ। ਜੇ ਅਸੀਂ ਇਤਿਹਾਸ ਨੂੰ ਸੰਭਾਲਦੇ, ਸਾਡਾ ਕਿਤਾਬ ਨਾਲ ਮੋਹ ਪੈਂਦਾ, ਅਤੇ ਇਹ ਸਥਿਤੀ ਨਾ ਹੁੰਦੀ ਤਾਂ ਮੈਨੂੰ ਲੱਗਦਾ ਅੱਜ ਵਾਲੇ ਹਾਲਾਤ ਬਣਾ ਹੁੰਦੇ। ਕਿਉਂਕਿ ਜਿਹੜਾ ਬੰਦਾ ਜਾਣਕਾਰ ਹੋ ਜਾਂਦਾ ਨਾ ਕਿਸੇ ਚੀਜ਼ ਬਾਰੇ, ਉਹ ਫਿਰ ਸਵਾਲ ਕਰੂਗਾ ਹੀ ਕਰੂਗਾ। ਇਹ ਜਿਹੜੇ ਇਹਨਾਂ ਸਵਾਲਾਂ ਦੇ ਉੱਤੇ ਲੋਕ ਜ਼ਰੂਰ ਆਉਣਗੇ। ਮੇਰਾ ਵਿਸ਼ਵਾਸ ਹੈਗਾ ਕਿ ਅੱਜ ਨਹੀਂ ਕੱਲ੍ਹ ਜਿਹੜੇ ਹੈਗੇ ਲੋਕ ਕਦੇ ਨਾ ਕਦੇ ਇਸ ਗੱਲ ਵੱਲ ਮੁੜਨਗੇ, ਔਰ ਜ਼ਰੂਰ ਜਿਹੜਾ ਹੈਗਾ ਬਦਲਾਵ ਆਊਗਾ। ਇਹ ਮੇਰੀ ਇਹਨਾਂ ਤਮੰਨਾ ਵੀ ਹੈ ਔਰ ਮੇਰੀ ਆਸ਼ਾ ਵੀ ਹੈ। ਸਾਡੇ ਵੇਲੇ ਨਾ ਆਏ, ਸਾਡੇ ਪੁਰਖੇ ਲੜਦੇ ਆ ਰਹੇ, 5000 ਸਾਲ ਦਾ ਇਤਿਹਾਸ ਹੈ, ਕੋਈ ਨਿੱਕਾ ਮੋਟਾ ਨਹੀਂ ਹੈਗਾ। ਲੜਦੇ ਹੀ ਆ ਰਹੇ ਆ ਨਾ, ਕਿਤੇ ਮਾੜਾ ਮੋਟਾ ਮਿਲ ਜਾਂਦੀ ਹੋਊਗੀ ਰਾਹਤ। ਕਿਉਂਕਿ ਜਦੋਂ ਸੰਵਿਧਾਨ ਲਿਖਿਆ ਗਿਆ ਭਾਰਤ ਦਾ, ਅਤੇ ਉਹਨੂੰ ਮੈਂ ਪੜ੍ਹਿਆ ਅਤੇ ਉਹਦੇ ਬਾਅਦ ਲੱਗਦਾ ਸੀ ਕਿ ਵੀ ਲੋਕਾਂ 'ਚ ਤਬਦੀਲੀ ਆਊਗੀ, ਪਰ ਨਹੀਂ ਆਈ। ਉਹਦੇ ਕਈ ਕਾਰਨ ਹੈਗੇ ਕਿ ਸਾਨੂੰ ਜਿਹੜਾ ਫਿਰ ਉਸ ਚੀਜ਼ ਵੱਲ ਜਕੜ ਦਿੱਤਾ ਗਿਆ। ਕਿਉਂਕਿ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਉਹ ਪਾਰਟੀਆਂ ਦੇ ਦਾਇਰੇ ਵਿੱਚ ਜਾਂਦੇ ਹਾਂ। ਕਿਉਂਕਿ ਮੈਂ ਤੁਹਾਨੂੰ ਚਿੱਤੇਵਾਣੀ ਜੀ ਇਸ ਗੱਲ ਦੀ ਹੈਰਾਨਗੀ ਹੋਊਗੀ, ਇਤਿਹਾਸ ਜਿਹੜਾ ਸੰਵਿਧਾਨ ਦੇ ਵਿੱਚ ਕਿਸੇ ਪਾਰਟੀ ਦਾ ਕੋਈ ਜ਼ਿਕਰ ਨਹੀਂ। ਸਿਰਫ ਉੱਥੇ ਇਹ ਲਿਖਿਆ ਹੈ ਕਿ ਜਿਸ ਵਿਅਕਤੀ ਨੂੰ ਸੰਸਦ ਦੇ ਬਹੁਤੇ ਮੈਂਬਰਾਂ ਦਾ ਵਿਸ਼ਵਾਸ ਹਾਸਲ ਹੋਊਗਾ ਉਹ ਪ੍ਰਧਾਨ ਮੰਤਰੀ ਹੋਊਗਾ। ਪਰ ਕਿਉਂਕਿ ਅਸੀਂ ਹੁਣ ਪਾਰਟੀਆਂ ਦੇ ਨਾਲ ਜੋੜ ਲਿਆ, ਪਾਰਟੀ ਨੇ ਇੱਕ ਵਾਰੀ ਜਿਹਨੂੰ ਫੈਸਲਾ ਕਰ ਲਿਆ, ਅਸੀਂ ਉਸ ਘੁਰਨਿਆਂ 'ਚ ਵੜ ਗਏ। ਅਸਲ ਵਿੱਚ ਲੋਕਤੰਤਰ ਨੂੰ ਖਤਰਾ ਜਿਹੜਾ ਇਹ ਘੁਰਨਿਆਂ 'ਚ ਬੜੇ ਲੋਕਾਂ ਤੋਂ ਆ, ਲੋਕਤੰਤਰ ਤੋਂ ਨਹੀਂ ਹੈਗਾ। ਕਿਉਂਕਿ ਜੇ ਇਹ ਘੁਰਨਿਆਂ ਦੇ ਵਿੱਚ ਬੈਠ ਕੇ ਉਹੀ ਹੈ, ਕਿਉਂਕਿ ਤੁਸੀਂ ਆਜ਼ਾਦਾ ਨਾ ਸੋਚ ਹੀ ਨਹੀਂ ਰਹੇ। ਜੇ ਆਜ਼ਾਦਾ ਨਾ ਸੋਚਣ ਦੀ ਹੈ ਨਾ ਇਜਾਜ਼ਤ ਹੁੰਦੀ ਤਾਂ ਕਿਸਾਨੀ ਬਿੱਲ ਹੀ ਨਹੀਂ ਸੀ ਪਾਸ ਹੋਣੇ। ਤੋ ਇਹ ਇਸ ਕਰਕੇ ਨਾ ਇਹ ਆਪਾਂ ਨੂੰ ਵੈਸੇ ਆਸ਼ਾਵਾਦੀ ਰਹਿਣਾ ਚਾਹੀਦਾ ਮਨੁੱਖ, ਕਿਉਂਕਿ ਅਸੀਂ ਤਾਂ ਆਮ ਪੜ੍ਹਿਆ ਹੈਗਾ ਕਿ ਵੀ ਜਿਹੜੀ ਆ ਨਿਰਾਸ਼ਾ ਹੈ ਉਹ ਬੰਦੇ ਨੂੰ ਢਹਿੰਦੀਆਂ ਕਲਾ, ਆਸ਼ਾ ਜਿਹੜੀ ਹੈਗੀ ਹੈ ਮਨੁੱਖ ਨੂੰ ਬੁਲੰਦੀਆਂ ਵੱਲ ਜਾਂਦੀ ਹੈ। ਤਾਂ ਸਾਨੂੰ ਚੜ੍ਹਦੀ ਕਲਾ ਦੇ ਵਿੱਚ, ਸਾਡੇ ਤਾਂ ਮੁਹਾਵਰੇ ਹੀ ਇੱਦਾਂ ਦੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਤੇ ਜਿਹੜੀ ਉਹ ਪ੍ਰੇਰਨਾ ਦਿੰਦੇ ਹੈਗੇ। ਕਦੇ ਨਾ ਕਦੇ ਤਾਂ ਰਾਤ ਮੁੱਕੂਗੀ ਨਾ, ਮੁੱਕੂਗੀ, ਜ਼ਰੂਰ ਮੁੱਕੂਗੀ। ਸੁਨੇਹਾ ਤਾਂ ਇਹ ਹੈ ਕਿ ਵੀ ਮਨੁੱਖ ਨੂੰ ਆਪਣੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ, ਆਪਣੇ ਲੋਕਾਂ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈਗਾ, ਆਪਣੇ ਸਮਾਜ ਪ੍ਰਤੀ ਸੁਹਿਰਦ ਹੋਣਾ ਚਾਹੀਦਾ। ਜਿਸ ਮਿੱਟੀ ਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ ਉਸ ਮਿੱਟੀ ਲਈ ਸੁਹਿਰਦ ਹੋਣਾ ਚਾਹੀਦਾ ਹੈਗਾ। ਕਿਉਂਕਿ ਇਹ ਮਿੱਟੀ ਬਾਬਾ ਬੁੱਲੇ ਸ਼ਾਹ ਦੀ ਇੱਕ ਕਾਫੀ ਬਹੁਤ ਸੀ, ਮਾਟੀ ਕੁਦਮ ਕਰੇਂਦੀ ਯਾਰ, ਉਹਦੇ ਵਿੱਚ ਕਿੰਨਾ ਕੁਝ ਕਹਿ ਰਹੇ ਹੈਗੇ ਆ ਕਿ ਮਿੱਟੀ ਨੇ ਆਖਰ ਮਿੱਟੀ ਹੋਣਾ ਹੈਗਾ, ਅਤੇ ਅਸੀਂ ਵੀ ਮਿੱਟੀ ਦੇ ਮਨੁੱਖ ਆਖਰ ਮਿੱਟੀ ਹੋਣਾ ਹੈਗਾ। ਪਰ ਇਹ ਮਿੱਟੀ ਦੀ ਕੀਮਤ ਕਦੇ ਕੋਈ ਪਾ ਨਹੀਂ ਸਕਿਆ, ਅਤੇ ਨਾ ਇਹ ਮਿੱਟੀ ਦੀ ਕੀਮਤ ਕੋਈ ਆਉਣ ਵਾਲਾ ਭਾਵੇਂ ਕਿੱਡਾ ਵੱਡਾ ਜੁਰਮਾਨਾ ਹੋਵੇ ਉਹ ਪਾ ਸਕੂਗਾ। ਕਿ ਆਖਰ ਤਾਂ ਜਿਹੜਾ ਹੈਗਾ ਕਿ ਆਖਰ ਤਾਂ ਅਸੀਂ ਮਿੱਟੀ ਦੇ ਵਿੱਚ ਮਿੱਟੀ ਹੋਣਾ ਹੈਗਾ। ਉਹਦੇ ਲਈ ਇੱਕ ਮੈਂ ਸ਼ੇਰ ਲਿਖਿਆ ਸੀਗਾ ਬੜਾ ਇਹਨਾਂ ਹਾਕਮਾਂ ਲਈ ਇੱਕ ਵਾਰੀ ਕਿ ਤੂੰ ਮਾਣ ਕਰ ਨਾ ਕਾਤਲ, ਇਹ ਸੋਚ ਲੈ ਸੰਭਲ ਜਾ। ਤੂੰ ਮਾਣ ਕਰ ਨਾ ਕਾਤਲ, ਸੋਚ ਲੈ ਸੰਭਲ ਜਾ, ਖੁਦ ਵੀ ਕਦੋਂ ਰਹੇ ਨੇ ਕਲਕਤ ਮਟਾਉਣ ਵਾਲੇ। ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਕਦੇ ਆਪਾਂ ਸੋਚਦੇ ਹਾਂ ਅਸੀਂ ਖਤਮ ਕਰ ਦਿਆਂਗੇ, ਕਿੱਥੇ ਖਤਮ ਹੁੰਦੀਆਂ।
ਜੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਉਂਕਿ ਨੇਕੀ ਬਦੀ ਦੀ ਜੰਗ ਜਦ ਦਾ ਮਨੁੱਖ ਨੇ ਹੋਸ਼ ਸੰਭਾਲ ਲਈ ਹੈ, ਉਹਨੂੰ ਸਮਝ ਆ ਗਈ ਹੈ, ਇਹ ਉਦੋਂ ਦੀ ਤੁਰੀ ਆ ਰਹੀ ਹੈਗੀ ਹੈ। ਅਤੇ ਮੈਨੂੰ ਇੱਕ ਯਾਦ ਗੱਲ ਆਉਂਦੀ ਹੈਗੀ ਹੈ ਕਿ ਇਹ ਸਾਰਾ ਸਿਆਪਾ ਉਦੋਂ ਪਿਆ ਜਦੋਂ ਇੱਕ ਮਨੁੱਖ ਨੇ ਦੂਜੇ ਮਨੁੱਖ ਦਾ ਕੰਮ ਕਰਨਾ ਸਵੀਕਾਰ ਕਰ ਲਿਆ। ਜਿਸ ਦਿਨ ਮਨੁੱਖ ਨੇ ਦੂਜੇ ਮਨੁੱਖ ਦਾ ਕੰਮ ਕਰਨੋਂ ਇਨਕਾਰ ਕਰ ਦਿੱਤਾ, ਸਥਿਤੀ ਬਦਲ ਜਾਏਗੀ।